ਭਾਵਕ ਕਰ ਜਾਂਦਾ ਉਹ, ਬਹੁਤ ਬੰਦਾ ਰੋਣ ਵੀ ਨਿਕਲ ਜਾਂਦਾ, ਰੋਣ ਨਿਕਲ ਜਾਂਦਾ ਯਾਰ। ਸਾਨੂੰ ਲਾਸ਼ਾਂ ਬੜੀਆਂ ਲੱਗੀਆਂ, ਲਾਸ਼ਾਂ ਜਿਹੜੀਆਂ ਉਹ ਨਾ ਇੱਕ ਜਦੋਂ ਤੁਰੇ ਆ ਨਾ ਜਿੱਥੇ ਲੱਗਾ ਸੀ ਜੀ, ਅੱਗੇ ਆਏ ਤੇ ਇੱਕ ਮੂਸਲ ਨੂੰ ਕਿਸੇ ਨੇ ਅੱਗ ਲਾਤੀ ਦੀ, ਉਹਦੇ ਵਿੱਚ ਲਾਸ਼ਾਂ ਜਿਹੜੀਆਂ ਕਾਲੀਆਂ ਹੋਈਆਂ। फिर ही गांव तुरे गए, फिर अगे एक पिपल सी, अच्छा जी, पिपल बड़ा वड्डा सीगा ते ओदे थल्ले एड्डा ओदा सिर सीगा मुसलमान दा, जेड़ा एम करके वड्डिया दा ते ओदा लहू सी ना जेड़ा ओदे पैरों तो गांह तक पए। ਮੈਨੂੰ ਇਹ ਗੱਲ ਦੱਸੋ ਕਿ ਤੁਹਾਨੂੰ ਅਜੇ ਪੂਰੇ ਨਕਸ਼ੇ ਯਾਦ ਨੇ? ਮੈਨੂੰ ਪੂਰਾ ਮੇਰੇ ਨਕਸ਼ਾ ਦਿਮਾਗ ਦੇ ਵਿੱਚ ਹੈ। ਜੇ ਤੁਹਾਨੂੰ ਉੱਧਰ ਭੇਜ ਦਿੱਤਾ ਜਾਏ ਤਾਂ ਤੁਸੀਂ ਪਛਾਣ ਸਕਦੇ ਹੋ? ਮੈਂ ਆਪਣਾ ਘਰ ਨਹੀਂ ਪਛਾਣ ਲੈਣਾ। ਅੱਛਾ, ਮੈਂ ਸਾਰਾ ਕੁਝ ਮੈਂ ਪਿਆ ਕਿਹਦਾ ਘਰ ਸੀ ਤੇ ਆ ਕਿਹਦਾ ਘਰ ਸੀ। ਬਾਰਾਮੰਗਾ ਸੀਗਾ ਜੀ ਜੀ ਜੀ, ਬਾਰਾਮੰਗਾ ਬਾਰੇ ਮੰਗੇ ਵਾਲੇ ਪਾਸੇ ਸਾਡੀ ਪੈਲੀ ਵੀ ਹੁੰਦੀ ਸੀ ਜੀ ਜੀ ਜੀ। ਤੇ ਮੇਰੇ ਬਾਪ ਦਾ ਤੂਤਾਂ ਵਾਲਾ ਖੂਹ ਜਿਹੜਾ ਕੋਟਲੇ ਵਾਲੇ ਪਾਸੇ। ਅੱਛਾ, ਤੁਹਾਡੇ ਮਤਲਬ ਤੂਤਾਂ ਵਾਲਾ ਖੂਹ ਉਸ ਖੂਹ ਦਾ ਨਾਮ ਸੀਗਾ? प्रोग्राम देख रहे सारे दर्शकों को मेरे वालों यानी कि सुरेश मेहता वालों प्यार भरी सत श्री अकाल, नमस्ते, आदाब। मैं फिर तो हाजिर हाँ नवी कहानी लैके। प्रोग्राम यादां दे झरोखे चों 1947 ते अज असी पहुंचे हाँ गुरदासपुर जिले के पिंड रंजीत बाग विखे। असी अज तुहाडी मुलाकात करवा रहे हाँ इथों दे रहन वाले सरदार अवतार सिंह कालो जी नाल, जो कि इथों के सिक्ख्या विभाग तो बतौर लैक्चरर पंजाबी रिटायर ने। उन्हां दे नाल असी शब्दां दी सांझ पावांगे। सब तो पहला तुहानू असी सत श्री अकाल कहंदे हां जी। सो सरदार साहब तुसी सानू ये दसो कि तुहाडा पिंड जिहड़ा सीगा वो पुराना किहड़ा पिंड सीगा, की नाम सी उहदा? बूरा डल्ला। बूरा डल्ला, बूरा डल्ला किहड़ी जिले दे विच पैंदा सीगा? गुरदासपुर जिला। गुरदासपुर जिला ते तहसील किहड़ी सीगी? शकरगढ़। शकरगढ़ तहसील सीगी। अच्छा, ते तुसी जिहड़ा तुहाडा जन्म है वो कदों दा है भला? मेरा जन्म 38 दा, सन 1938 ਦਾ ਜਨਮ ਹੈ। ਜਦੋਂ ਪੰਜਾਬ ਦਾ ਵੰਡਾਰਾ ਹੋਇਆ ਉਦੋਂ ਤੁਹਾਡੀ ਉਮਰ ਇਸ ਦਾ ਮਤਲਬ ਕਿ ਲਗਭਗ 9 ਸਾਲ ਸੀਗੀ ਤੇ ਤੁਹਾਨੂੰ ਆਪਣੇ ਬਚਪਨ ਦੀਆਂ ਗੱਲਾਂ ਪੂਰੀਆਂ ਯਾਦ ਨੇ? ਪੂਰੀਆਂ ਯਾਦ। ਅੱਛਾ, ਮੈਨੂੰ ਇਹ ਦੱਸੋ ਕਿ ਤੁਹਾਡੇ ਬਚਪਨ ਦੇ ਸਮੇਂ ਦੇ ਵਿੱਚ ਜਿਹੜੇ ਬੱਚੇ ਸੀਗੇ ਉਹ ਆਪਸ ਦੇ ਵਿੱਚ ਖੇਡਦੇ ਸੀਗੇ ਤੇ ਤੁਸੀਂ ਪੜ੍ਹੇ ਵੀ ਹੋਵੋਗੇ? ਮੈਂ ਪੜ੍ਹਿਆ ਹਾਂ। ਕਿੱਥੇ ਪੜ੍ਹਦੇ ਸੀਗੇ? ਮੈਂ ਆਪਣੇ लोअर मिडल मदरसा बूढ़ा डल्ला। लोअर मिडल मदरसा बूढ़ा डल्ला। ते ਤੁਹਾਨੂੰ ਪੜਾਉਣ ਵਾਲੇ ਜਿਹੜੇ ਤੁਹਾਡੇ ਅਧਿਆਪਕ ਸੀਗੇ, ਟੀਚਰ ਸੀਗੇ, ਉਹ ਕੌਣ ਹੁੰਦੇ ਸਨ? ਉਹ ਮੁਸਲਮਾਨ ਸੀਗਾ ਤੇ ਉਹ ਲਾਗੇ ਕੋਟਲਾ ਪਿੰਡ ਹੁੰਦਾ ਸੀ। ਕੋਟਲਾ ਪਿੰਡ ਤੋਂ ਸੀਗਾ। ਉਹਨਾਂ ਦਾ ਨਾਮ ਯਾਦ ਹੈ ਤੁਹਾਨੂੰ? ਉਹਦਾ ਨਾਮ ਨਹੀਂ ਯਾਦ। ਨਾਮ ਜਿਹੜਾ ਹੈ ਤੁਹਾਨੂੰ ਭੁੱਲ ਚੁੱਕਿਆ ਹੈ। ਤੇ ਇਸ ਦਾ ਮਤਲਬ ਇਹ ਹੈ ਕਿ ਇਹ ਤੁਹਾਡੇ ਜਿਹੜੇ ਸਾਥੀ ਸੀਗੇ ਉਹਦੇ ਵਿੱਚ ਤੁਸੀਂ ਸਿੱਖ ਮੁੰਡੇ ਵੀ ਪੜ੍ਹਦੇ ਸੀ, ਹਿੰਦੂ ਵੀ ਪੜ੍ਹਦੇ ਸੀ, ਮੁਸਲਮਾਨ ਵੀ। ਕਦੀ ਕੋਈ ਇਦਾਂ ਦੀ ਗੱਲ ਤੁਹਾਡੇ ਮਨ ਦੇ ਵਿੱਚ ਆਈ ਸੀ ਬਚਪਨ ਦੇ ਸਮੇਂ ਦੇ ਵਿੱਚ ਕਿ ਇਦਾਂ ਦਾ ਵੰਡ ਹੋ ਜਾਣੀ ਹੈ ਜਾਂ? ਨਾ, ਕੋਈ ਕਦੀ ਨਹੀਂ ਆਈ। ਤੇ ਆਪਸ ਦੇ ਵਿੱਚ ਪਿਆਰ ਮੁਹੱਬਤ ਦੇ ਨਾਲ? ਪਿਆਰ ਮੁਹੱਬਤ ਬਹੁਤ ਸੀਗਾ। ਤੁਸੀਂ ਕੋਈ ਗੱਲ ਸੁਣਾਓ ਆਪਣੇ ਬਚਪਨ ਦੀ ਜਿਹੜੀ ਆ ਉਹ ਸਾਂਝਾ ਭਰੀ ਗੱਲ, ਜਿੱਥੇ ਸਾਡੇ ਦਰਸ਼ਕਾਂ ਨੂੰ ਇਹ ਪਤਾ ਲੱਗ ਸਕੇ ਕਿ ਉਹ ਲੋਕ ਜਿਹੜੇ ਸੀ ਬੜੇ ਪਿਆਰ ਮੁਹੱਬਤ ਦੇ ਨਾਲ ਰਹਿੰਦੇ ਹੁੰਦੇ ਸਨ। ਠੀਕ ਹੈ, ਬਿਲਕੁਲ ਤੁਹਾਡੀ ਗੱਲ ਠੀਕ ਆ। ਪਿਆਰ ਮੁਹੱਬਤ ਬੜਾ ਸੀਗਾ ਤੇ ਉਦੋਂ ਇਹੋ ਜਿਹਾ ਸੀਗਾ ਵੀ ਅਸੀਂ ਬਚਪਨ ਦੇ ਵਿੱਚ ਹੀ ਕੁੜੀਆਂ ਮੁੰਡੇ ਇਕੱਠੇ ਲੁਕਣ ਮਿੱਟੀ ਖੇਡਣੀ। ਹਾਂਜੀ, ਫਿਰ ਗੁੱਲੀ ਡੰਡਾ ਖੇਡਣਾ ਤੇ ਬਾਬਾ ਕੁੱਲਾ ਹੋਇਆ ਸੀ ਉੱਥੇ ਬਹੁਤ ਖੇਡਦੇ ਰਹੇ ਹਾਂ।
ਉੱਥੇ ਨਾਲ ਨਵੀਂ ਰੇਤ ਹੁੰਦੀ ਸੀਗੀ, ਉੱਥੇ ਫਿਰ ਅੱਛਾ। ਆਹ ਰੇਤ ਦੇ ਕੋਠੇ ਬਣਾਉਣੇ। ਹਾਂਜੀ, ਅੱਛਾ ਜੀ, ਇਹ ਖੇਡਾਂ ਸਨ ਤੁਹਾਡੀਆਂ? ਇਹ ਸਾਰੀਆਂ ਖੇਡਾਂ ਸਨ। ਅੱਛਾ ਜੀ। ਤੇ ਉਹ ਫਿਰ ਮੁੜ ਕੇ ਉਸ ਤੋਂ ਬਾਅਦ ਲਾਗੋਂ ਹੀ ਫਿਰ ਸਾਡੇ ਨਾ ਉੱਥੇ ਬੋਰਡ ਸਨ ਬੜੇ ਤੇ ਪੇਪਰ ਸੀ ਬੜੇ, ਉੱਥੇ ਫਿਰ ਉੱਥੇ ਆ ਖੇਡਣਾ ਤੇ ਗੁੱਲੀ ਡੰਡਾ ਬੜਾ ਖੇਡਣਾ। ਤੇ ਉਸ ਤੋਂ ਬਾਅਦ ਫਿਰ ਅਸੀਂ ਫਿਰ ਜਦੋਂ ਜੇ ਬਾਜ਼ਾਰ ਨੂੰ ਜਾਣਾ ਤੇ ਪਹਿਲਾ ਹੀ ਇੱਕ ਦੁਕਾਨ ਜਿਹੜੀ ਸੀ ਨਾ ਉਹ ਹੇਮੋ ਬੱਲੜ ਦੀ ਸੀ। ਤੁਹਾਡਾ ਪਿੰਡ ਜਿਹੜਾ ਸੀਗਾ ਉੱਥੇ ਬਾਜ਼ਾਰ ਸੀਗਾ? ਬਾਜ਼ਾਰ ਦੋ ਬਾਜ਼ਾਰ ਸਨ। ਅੱਛਾ। ਹਾਂਜੀ, ਇੱਕ ਇੱਧਰ ਨੂੰ ਜਾਂਦਾ ਸੀ, ਉਦੋਂ ਐਂ ਜਾਂਦਾ। ਇਹਦਾ ਮਤਲਬ ਕਿ ਉਹ ਕਸਬਾ ਜਿਹੜਾ ਟਾਈਪ ਜਿਹੜਾ ਪਿੰਡ ਸੀਗਾ? ਕਸਬਾ ਟਾਈਪ ਸੀਗਾ। ਜੀ ਜੀ ਜੀ। ਤੇ ਉਹ ਜਿਹੜਾ ਬਾਬੇ ਦਾ ਨਾਮ ਲਿਆ ਤੁਸੀਂ, ਕਿਹੜਾ ਬਾਬਾ ਕਹਿ ਰਹੇ ਭਲਾ? ਪੂਰਾ ਡਰ ਨਹੀਂ, ਬਾਬਾ ਜਿਹੜਾ ਤੁਸੀਂ ਬਾਬਾ ਕੋਲਾ। ਬਾਬਾ ਕੋਲਾ ਤੁੱਲਾ। ਕੋਲਾ। ਅੱਛਾ, ਬਾਬਾ ਕੁੱਲਾ ਜੀ। ਬਾਬਾ ਉਹਦੀ ਸਮਾਧ ਬਣੀ ਹੈ। ਸਮਾਧ ਅਜੇ ਵੀ ਹੋਵੇਗੀ ਸ਼ਾਇਦ। ਉਹ ਮੇਰਾ ਕਾ ਹੁਣ ਤੇ ਪਤਾ ਨਹੀਂ, ਇਹ ਆ ਗਏ ਆ। ਅੱਛਾ ਜੀ। ਕਿਹੜੇ ਢਾਲ ਨਾਲ ਦਿੱਤੀ? ਅੱਛਾ, ਉੱਥੇ ਤੁਸੀਂ ਖੇਡਦੇ ਹੁੰਦੇ ਸੀ? ਉੱਥੇ ਹੀ ਖੇਡਦੇ ਹੁੰਦੇ। ਅੱਛਾ, ਇਹਦਾ ਮਤਲਬ ਕਿ ਮੁਸਲਮਾਨ ਕੁੜੀਆਂ, ਹਿੰਦੂ ਕੁੜੀਆਂ ਜਾਂ? ਮੁਸਲਮਾਨ ਨਹੀਂ, ਸਾਡੀ ਆਪਣੀ ਗਲੀ ਦੇ ਬੱਚੇ ਜਿਹੜੇ ਸੀ ਨਾ। ਅੱਛਾ। ਤਰਖਾਣਾ ਦੇ ਤੇ ਜੱਟਾਂ ਦੇ। ਜੀ ਜੀ ਜੀ। ਉਹਨਾਂ ਨਾਲ ਹੀ ਖੇਡਣਾ ਜੀ। ਹਾਂਜੀ, ਲਾਗੇ ਇੱਕ ਲੁਹਾਰਾਂ ਦਾ ਬਾਗ ਹੁੰਦਾ ਸੀ। ਹਾਂਜੀ। ਉੱਥੇ ਸੰਤ ਬੜੇ ਆਉਂਦੇ ਹੁੰਦੇ ਸੀਗੇ, ਆਪਣੇ ਨਗਰ ਸੰਤ ਉੱਥੇ ਆ ਕੇ। ਜੀ ਜੀ। ਇੱਕ ਖੂਹ ਵੀ ਹੈ ਸੀ ਤੇ ਉੱਥੇ ਮੇਰੇ ਬਾਪ ਦਾ ਉਸ ਖੂਹ ਦੇ ਵਿੱਚ ਹਿੱਸਾ ਵੀ ਹੈਗਾ ਸੀ। ਜੀ 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 ਜੀ। ਲੁਹਾਰਾਂ ਵਾਲਾ ਖੂਹ ਨੂੰ। ਲੁਹਾਰਾਂ ਵਾਲਾ ਖੂਹ, ਠੀਕ ਹੈ ਜੀ, ਠੀਕ। ਲਾਗੇ ਢੰਗਰ ਪਿੰਡ ਸੀ, ਢੰਗਰ। ਅੱਛਾ ਜੀ। ਢੰਗਰ ਪਿੰਡ ਕੋਲ ਸਾਡੇ ਮਦਰਸਾ ਜਿਹੜਾ ਨਾ ਉਹਦੇ ਤੇ ਇਹਦੇ ਬਾਗ ਦੇ ਵਿਚਕਾਰ ਸੀਗਾ। ਜੀ 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 ਜੀ। ਉਹ ਕਸਬਾ ਸੀ। ਅੱਛਾ ਜੀ। ਹੋਰ ਕਿਹੜੇ ਕਿਹੜੇ ਪਿੰਡ ਸਨ ਤੁਹਾਡੇ ਪਿੰਡ ਦੇ ਲਾਗੇ? ਲਾਗੇ ਕੋਟਲਾ ਸੀਗਾ ਇੱਕ। ਕੋਟਲਾ ਸੀਗਾ। ਬਸਾਊ ਕੋਟ ਵੀ ਹੈਗਾ ਸੀਗਾ। ਜੀ ਜੀ ਜੀ। ਬਸਾਊ ਕੋਟ ਉਹ ਵੀ ਹੈਗਾ ਸੀ ਤੇ ਲਾਗੇ 12 ਮੰਗਾ ਸੀ। 12 ਮੰਗਾ ਸੀਗਾ। ਜੀ ਜੀ ਜੀ। 12 ਮੰਗਾ। 12 ਮੰਗੇ ਵਾਲੇ ਪਾਸੇ ਸਾਡੀ ਪੈਲੀ ਵੀ ਹੁੰਦੀ ਸੀਗੀ। ਜੀ ਜੀ ਜੀ। ਤੇ ਮੇਰੇ ਬਾਪ ਦਾ ਤੂਤਾਂ ਵਾਲਾ ਖੂਹ ਜਿਹੜਾ ਕੋਟਲੇ ਵਾਲੇ ਪਾਸੇ। ਅੱਛਾ, ਤੁਹਾਡੇ ਮਤਲਬ ਤੂਤਾਂ ਵਾਲਾ ਖੂਹ, ਉਸ ਖੂਹ ਦਾ ਨਾਮ ਸੀਗਾ? ਉਹ ਤੂਤਾਂ ਵਾਲਾ ਖੂਹ ਜਿਹੜਾ ਸੀ ਨਾ ਮੇਰੇ ਬਾਪ ਦਾ ਸੀਗਾ। ਅੱਛਾ ਜੀ, ਉਹਨੂੰ ਤੂਤਾਂ ਵਾਲਾ ਖੂਹ ਹੀ ਕਹਿੰਦੇ ਹੁੰਦੇ ਸੀ? ਤੂਤਾਂ ਵਾਲਾ ਖੂਹ ਕਹਿੰਦੇ। ਅੱਛਾ, ਮੈਂ ਦੱਸ ਦਵਾਂ ਸਰਦਾਰ ਸਾਹਿਬ, ਵੈਸੇ ਤੁਸੀਂ ਵੀ ਬਤੌਰ ਲੈਕਚਰਰ ਜਿਹੜੇ ਉਹ ਪੰਜਾਬੀ ਦੇ ਰਿਟਾਇਰ ਹੋਏ ਹੋ ਤੇ ਪੰਜਾਬੀ ਇੱਧਰ ਚੜ੍ਹਦੇ ਪੰਜਾਬ ਦੇ ਲੇਖਕ ਸੋਹਣ ਸਿੰਘ ਸੀਤਲ ਦਾ ਬੜਾ ਪ੍ਰਸਿੱਧ ਨਾਵਲ ਹੈ ਤੂਤਾਂ ਵਾਲਾ ਖੂਹ, ਉਹ ਵੀ 1947 ਦੀ ਵੰਡ ਦੇ ਉੱਤੇ ਹੈ। ਬੜਾ ਦੁਖਾਂਤ ਉਹਦੇ ਵਿੱਚ ਜਿਹੜਾ ਹੈ ਉਹ ਚਿਤਰਿਆ ਹੋਇਆ ਹੈ। ਬਿਲਕੁਲ ਠੀਕ। ਅੱਛਾ, ਤੁਹਾਡੀ ਗੱਲ ਤੋਂ ਮੈਨੂੰ ਯਾਦ ਆ ਗਿਆ ਕਿ ਤੂਤਾਂ ਵਾਲਾ ਖੂਹ ਮੇਰੇ ਬਾਪ ਦਾ ਸੀ। ਅੱਛਾ, ਬਾਪ ਦੇ 60 ਕਿੱਲੇ ਪੈਲੀ ਸੀ ਉੱਥੇ। 60 ਕਿੱਲੇ ਪੈਲੀ ਪਾਕਿਸਤਾਨ ਵਿੱਚ। ਪਾਕਿਸਤਾਨ ਮਤਲਬ ਪਾਕਿਸਤਾਨ ਤਾਂ ਹੈ ਹੀ ਨਹੀਂ ਸੀ, ਉਹ ਤਾਂ ਸਾਰਾ ਇਕੱਠਾ ਹੀ ਹੁੰਦਾ ਸੀ। ਹਾਂਜੀ ਹਾਂਜੀ। ਤੇ ਉਹ ਫਿਰ ਉੱਥੇ ਬਸ ਮੇਰੇ ਜਿਨ੍ਹਾਂ ਨੇ ਬਾਕੀ ਜੱਟਾਂ ਨੇ ਆਪਣਾ ਖੂਹ ਨੂੰ ਪਾਣੀ ਲੈਣ ਜਾਣਾ। ਜੀ ਜੀ ਜੀ। ਟਿੰਡਾਂ ਵਾਲਾ ਖੂਹ ਹੁੰਦਾ ਹੈ। ਅੱਛਾ, ਟਿੰਡਾਂ ਵਾਲਾ ਖੂਹ ਹੁੰਦਾ ਸੀਗਾ। ਜੀ ਜੀ। ਮੇਰੇ ਬਾਪ ਕੋਲ ਉਹਨਾਂ ਨੇ ਬੜੇ ਤਰਲਿਆਂ ਨਾਲ ਆਖਣਾ ਵੀ ਸਾਨੂੰ ਉੱਥੇ ਪਾਣੀ ਦੇ ਦਿਓ। ਕਿਹਨਾਂ ਨੇ? ਉਹ ਜਿਨ੍ਹਾਂ ਨੇ ਵੀ ਕਿਸੇ ਲਾਉਣਾ ਲੱਗੇ, ਜਿਨ੍ਹਾਂ ਦੀ ਪੈਲੀ ਹੁੰਦੀ ਸੀ। ਅੱਛਾ ਅੱਛਾ ਅੱਛਾ, ਮਤਲਬ ਖੇਤਾਂ ਨੂੰ ਲਾਉਣ ਦੇ ਲਈ। ਜੀ ਜੀ ਜੀ। ਤੇ ਪਾਣੀ ਪੀਣ ਦੇ ਲਈ ਕਿਹੜੇ ਸਾਧਨ ਸੀਗੇ, ਮਤਲਬ ਕਿਹੜੇ ਜਿਹੜੇ ਸੋਮੇ ਸੀਗੇ? ਉਦੋਂ ਕੜਵੰਜੀਆਂ ਹੁੰਦੀਆਂ ਹੈ ਬੜੀਆਂ। ਹਾਂਜੀ। ਤੇ ਖੂਹਾਂ ਦੇ ਵਿੱਚੋਂ ਪਾਣੀ ਲਿਆਉਣਾ। ਜੀ ਜੀ ਜੀ। ਖੂਹਾਂ ਤੋਂ ਪਾਣੀ ਲਿਆ ਕੇ ਤੇ ਉੱਤੇ ਚਾਟੀਆਂ ਰੱਖੀਆਂ ਤੇ ਉਹਨਾਂ ਵਿੱਚ ਪਾਣੀ ਭਰ ਦੇਣਾ। ਜੀ ਜੀ ਜੀ। ਉਹੋ ਹੀ ਪਾਣੀ ਫਿਰ ਅਸੀਂ ਗਲਾਸਾਂ 'ਚ ਪਾ ਕੇ ਤੇ ਪੀਣਾ। ਤੇ ਮੈਨੂੰ ਇਹ ਦੱਸੋ ਕਿ ਤੁਹਾਡੇ ਪਿੰਡ ਦੇ ਵਿੱਚ ਆਬਾਦੀ ਜਿਹੜੀ ਆ, ਤੁਹਾਨੂੰ ਯਾਦ ਹੈ ਕਿ ਕਿੰਨੀ ਕੁ ਆਬਾਦੀ ਸੀਗੀ ਉਸ ਸਮੇਂ? ਸਾਡੇ ਵੇਖੋ ਜੀ, ਬੂੜਾ ਵੱਖਰਾ ਪਿੰਡ ਸੀਗਾ। ਅੱਛਾ। ਤੇ ਡੱਲਾ ਵੱਖਰਾ ਸੀ, ਉਹਦੇ ਵਿੱਚ ਇੱਕ ਸੜਕ ਸੀਗੀ, ਸੜਕ ਨਹੀਂ ਪਿਆ ਸੀਗਾ, ਬੜਾ ਵੱਡਾ ਪਿਆ ਸੀਗਾ। ਇੱਧਰ ਵੀ ਜਾਂਦਾ ਸੀ ਤੇ ਇੱਧਰ ਵੀ ਜਾਂਦਾ ਸੀ। ਜੀ ਜੀ ਜੀ। ਤੇ ਉਹਦੇ ਵਿੱਚ ਉਹ ਜਿਹੜਾ ਵਿਚਕਾਰ ਉੱਥੇ ਫਿਰ ਬਾਜ਼ਾਰ ਹੁੰਦਾ ਸੀ। ਜੀ। ਬਾਜ਼ਾਰ ਵੀ ਹੁੰਦਾ ਸੀ, ਇੱਧਰ ਵੀ ਬਾਜ਼ਾਰ ਹੁੰਦਾ ਸੀ, ਇੱਧਰ ਵੀ ਬਾਜ਼ਾਰ ਹੁੰਦਾ ਸੀ। ਜੀ ਜੀ ਜੀ। ਤੇ ਜਦੋਂ ਚਰਸਤਾ ਆਇਆ ਨਾ ਜੀ, ਉਹਦੇ ਵਿੱਚ ਫਿਰ ਮੁਨਸ਼ੀ ਕੈਲੇ ਦੀ ਇੱਕ ਦੁਕਾਨ ਹੁੰਦੀ ਸੀ। ਜੀ ਜੀ ਜੀ। ਮੁਨਸ਼ੀ ਕੈਲਾ। ਜੀ ਜੀ। ਤੇ ਉਹਦੀ ਦੁਕਾਨ ਜਿਹੜੀ ਆ ਉਹ ਚਰਾਏ ਦੇ ਵਿੱਚ ਹੁੰਦੀ ਸੀ। ਅੱਛਾ ਜੀ। ਜਿੱਥੇ ਦੋਵੇਂ ਬੰਦੇ ਨੇ ਨਾ ਉੱਥੇ ਹੁੰਦੀ ਸੀ। ਜੀ ਜੀ ਜੀ। ਤੇ ਉਹ ਮੇਰੇ ਬਾਪ ਨੇ ਉੱਥੇ ਜਾ ਕੇ ਜ਼ਿਆਦਾ ਪੈਂਦੇ ਹੁੰਦੇ ਸੀ, ਉੱਥੇ ਬੈਠਦੇ ਹੁੰਦੇ ਸੀ ਦੁਕਾਨ ਤੇ। ਅੱਛਾ ਅੱਛਾ। ਇਹਦਾ ਮਤਲਬ ਮੁਸਲਮਾਨਾਂ ਦੇ ਨਾਲ ਤੁਹਾਡਾ ਮਤਲਬ ਬੜਾ ਪਿਆਰ ਮੁਹੱਬਤ ਸੀਗਾ, ਕੋਈ ਗੱਲ ਨਹੀਂ ਸੀ ਇਦਾਂ ਦੀ? ਮੁਹੱਬਤ ਇਹ ਵੀ ਜਦੋਂ ਮੇਰੇ ਸੱਟ ਲੱਗੀ ਨਾ ਲੱਤ ਤੇ। ਅੱਛਾ, ਉਹ ਕਿੱਦਾਂ ਲੱਗੀ? ਮੈਨੂੰ ਇਹ ਵੀ ਗੱਲ ਸੁਣਾਓ ਜਰਾ। ਉਹ ਲੱਗੀ ਏਦਾਂ ਸੀਗੀ ਵੀ ਉਹ ਮੈਂ ਮਤਲਬ ਡਿੱਗ ਪਿਆ ਸੀਗਾ। ਅੱਛਾ, ਉੱਥੇ ਪਿੰਡ ਦੇ ਵਿੱਚ? ਨਹੀਂ, ਸਕੂਲ ਵਿੱਚ। ਸਕੂਲ ਵਿੱਚ ਡਿੱਗ ਪਏ? ਸਕੂਲ 'ਚ ਡਿੱਗ ਪਿਆ ਸੀ ਤੇ ਮੇਰੀ ਲੱਤ ਟੁੱਟ ਗਈ ਸੀ।
ਅੱਛਾ ਜੀ। ਤੇ ਉਹ ਫਿਰ ਮੁੜ ਕੇ ਨਾ ਮੈਨੂੰ ਮੇਰਾ ਬਾਪ ਨੂੰ ਉੱਥੇ ਜਾ ਕੇ ਤੇ ਮੈਨੂੰ ਚੁੱਕ ਕੇ ਲੈ ਆਇਆ। ਜੀ ਜੀ। ਉਹ ਏਦਾਂ ਟੁੱਟੀ ਸੀਗੀ ਵੀ ਉਹ ਢਿੰਗੜ ਦੇ ਲਾਗੇ ਖੂਹੀ ਸੀ ਇੱਕ। ਜੀ ਤੇ ਖੂਹੀ ਦੇ ਉੱਤੇ ਉਹ ਲੱਜ ਵੀ ਹੁੰਦੀ ਸੀ ਤੇ ਨਾਲ ਉਹ ਬਾਲਟੀ ਬੰਨੀ ਹੁੰਦੀ ਸੀ। ਬਾਲਟੀ ਬੰਨੀ ਹੁੰਦੀ ਸੀ। ਜੀ ਜੀ। ਤੇ ਉਹਨਾਂ ਨੇ ਉੱਤੇ ਚੜ ਕੇ ਹਾਂ ਤਿੰਨਾਂ ਜਣਿਆਂ ਨੇ, ਅਸੀਂ 3 ਜਣੇ ਸੀ। ਕੌਣ ਸੀਗੇ ਨਾਮ ਉਹਨਾਂ ਦੇ? ਇੱਕ ਮੇਰਾ ਦਾ ਅਵਤਾਰ ਸਿੰਘ ਸੀਗਾ। ਅੱਛਾ। ਤੇ ਇੱਕ ਸਰਦੂਲ ਹੁੰਦਾ ਸੀ, ਇਹ ਦੂਲਾ ਕਹਿੰਦੇ ਹੁੰਦੇ ਸੀ। ਅੱਛਾ ਜੀ। ਦੂਲਾ। ਜੀ ਜੀ। ਤੇ ਉਹ ਸਾਡੇ ਘਰ ਦੇ ਸਾਹਮਣੇ ਉਹਨਾਂ ਦਾ ਘਰ ਹੁੰਦਾ ਸੀ ਗਲੀ ਦੇ ਵਿੱਚ। ਜੀ ਜੀ ਜੀ। ਤੇ ਮੁੜ ਕੇ ਇੱਕ ਬੰਸਾ ਸੀਗਾ ਜੀ। ਉਹ ਬੰਸਾ ਜਿਹੜਾ ਉਹ ਤਰਖਾਣਾ ਦਾ ਮੁੰਡਾ ਸੀ। ਜੀ ਜੀ ਜੀ। 7 ਘਰ ਤਰਖਾਣਾ ਦੇ ਹੁੰਦੇ ਸੀਗੇ ਤੇ 7 ਘਰ ਜੱਟਾਂ ਦੇ ਹੁੰਦੇ ਸੀ ਤੁਹਾਡੇ ਉਸ ਮੁਹੱਲੇ ਦੇ ਵਿੱਚ? ਉਸ ਮੁਹੱਲੇ ਦੇ ਵਿੱਚ। ਠੀਕ ਠੀਕ ਠੀਕ। ਤੇ ਉਹ ਫਿਰ ਮੁੜ ਕੇ ਨਾ ਉਹ ਅਸੀਂ ਪਹਿਲਾਂ ਅਸੀਂ 3 ਜਣੇ ਫੱਟੀਆਂ ਬਸਤੇ ਲੈ ਕੇ ਤੇ ਜਾਂਦੇ ਹੁੰਦੇ ਸੀ ਮਦਰਸੇ। ਜੀ ਜੀ ਜੀ। ਉੱਥੇ ਜਾਣਾ ਤੇ ਉੱਥੋਂ ਮਤਲਬ ਲੱਕੜੀ ਦੀਆਂ ਫੱਟੀਆਂ? ਲੱਕੜੀ ਦੀਆਂ। ਅੱਛਾ। ਲੱਕੜੀ ਦੀਆਂ ਫੱਟੀਆਂ ਲੈ ਕੇ ਉਹ ਜਿਹਨੂੰ ਆਪਾਂ ਤਖਤੀ ਵੀ ਕਹਿੰਦੇ ਆ। ਤਖਤੀ। ਅੱਛਾ ਅੱਛਾ ਅੱਛਾ। ਤੇ ਅਸੀਂ ਫਿਰ ਉੱਥੇ ਆਪਣੇ ਸਿੱਕਾ ਜਿਹੜਾ ਹੁੰਦਾ ਨਹੀਂ ਸਿੱਕਾ। ਹਾਂਜੀ ਹਾਂਜੀ। ਆ ਜਿਹੜਾ ਬੈਟਰੀਆਂ 'ਚ ਪੈਂਦੇ ਨੇ। ਜੀ ਜੀ ਜੀ। ਉਹਦਾ ਸਿੱਕਾ ਕੱਢ ਕੇ ਉਹਦੇ ਨਾਲ ਹੰਡੀਕਾਂ ਮਾਰਨੀਆਂ। ਜੀ ਜੀ ਜੀ। ਹੰਡੀਕਾਂ ਮਾਰ ਕੇ ਤੇ ਫਿਰ ਉਹਦੇ ਤੇ ਉਰਦੂ ਲਿਖਣਾ। ਉਰਦੂ ਪੜ੍ਹਦੇ ਹੁੰਦੇ ਸੀ? ਉਰਦੂ ਪੜ੍ਹਦੇ ਹੁੰਦੇ ਸੀ। ਤੁਹਾਨੂੰ ਉਰਦੂ ਆਉਂਦਾ ਹੈ? ਮੈਨੂੰ ਆਉਂਦਾ ਅਜੇ ਤੱਕ ਅਰਬ ਬੇ ਪੇ ਤੇ ਟੇ ਸੇ ਜੀ ਚੇ। ਕਿੰਨੀ ਕਲਾਸ ਤੱਕ ਪੜ੍ਹਿਆ ਤੁਸੀਂ? ਮੈਂ ਦੂਸਰੀ ਜਮਾਤ ਵਿੱਚ ਸਾਂ ਤੇ ਉਦੋਂ ਵਾਪਸ ਆਏ। ਦੂਸਰੀ ਜਮਾਤ ਸੀਗੇ? ਦੂਸਰੀ ਜਮਾਤ ਪੂਰਾ ਨਹੀਂ। ਅੱਛਾ। 15 ਅਗਸਤ ਤੱਕ। 15 ਅਗਸਤ ਤੱਕ ਮਤਲਬ ਦੂਸਰੀ ਜਮਾਤ ਦੇ ਵਿੱਚ ਤੁਸੀਂ ਪੜ੍ਹਦੇ ਸੀਗੇ ਜਦੋਂ ਜਿਹੜਾ ਉਹ ਵੰਡ ਹੋ ਗਈ, ਪੰਜਾਬ ਵੰਡਿਆ ਗਿਆ। ਜੀ 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 ਜੀ। ਤੇ ਉਹ ਫਿਰ ਮੈਂ ਮਤਲਬ ਆਪਣਾ ਨਾਮ ਅਵਤਾਰ ਸਿੰਘ ਉਰਦੂ ਜੀ ਲਿਖਦੇ ਹੋ? ਹੁਣ ਵੀ ਮੈਂ ਲਿਖ ਲੈਣਾ। ਅੱਛਾ। ਹਾਂਜੀ। ਤੇ ਉਹ ਮਤਲਬ ਤੁਹਾਡੇ ਸੱਟ ਲੱਗੀ ਫਿਰ ਕਿੱਦਾਂ ਹੋਇਆ? ਸੱਟ ਜਿਹੜੀ ਲੱਗੀ ਨਾ ਉੱਥੇ ਫਿਰ ਇੱਕ ਉਦੋਂ ਡਾਕਟਰ ਦੇ ਹੁੰਦੇ ਕੋਈ ਨਹੀਂ ਸਨ। ਅੱਛਾ। ਤੇ ਨਾ ਉੱਥੇ ਕੋਈ ਹਕੀਮ ਵਗੈਰਾ? ਕੋਈ ਬੈਂਕ ਹੁੰਦਾ ਸੀਗਾ। ਅੱਛਾ। ਬੈਂਕ ਵੀ ਨਹੀਂ ਹੁੰਦੇ ਜੀ। ਤੇ ਉਦੋਂ ਮਤਲਬ ਹਸ਼ਮਤ ਨਾਈ ਸੀਗਾ ਸਾਡੇ ਲਾਗੇ ਸੀ। ਉਹਨਾਂ ਦਾ ਨਾਮ ਹਸਮਤ ਨਾਈ ਸੀ? ਹਸ਼ਮਤ ਨਾਈ। ਹਸ਼ਮਤ ਨਾਈ, ਠੀਕ ਹੈ ਜੀ ਜੀ। ਤੇ ਅਸੀਂ ਮਤਲਬ ਮੇਰੇ ਬਾਪ ਨੇ ਉਹਨੂੰ ਸੱਦ ਕੇ ਲਿਆਂਦਾ। ਜੀ ਜੀ। ਤੇ ਉਹਨੇ ਫਿਰ ਮੇਰੀ ਲੱਤ ਦਾ ਇਲਾਜ ਕੀਤਾ। ਅੱਛਾ। ਮਤਲਬ ਉਹ ਨਾਈ ਵੀ ਜਿਹੜਾ ਸੀ ਉਹ ਮਤਲਬ ਜਾਣਦਾ ਹੀ ਸਾਰਾ ਕੁਝ, ਹਿਕਮਤ ਵਗੈਰਾ ਜਿਹੜੀ ਉਹਨੂੰ ਆਉਂਦੀ ਸੀ। ਬਿਲਕੁਲ ਜੀ ਜੀ ਜੀ। ਉਹਨੇ ਫਿਰ ਮੇਰੀ ਉਹ ਲੱਤ ਜਿਹੜੀ ਸਾਡੀ ਟੁੱਟ ਗਈ ਸੀ ਨਾ। ਅੱਛਾ। ਉੱਥੇ ਪਹਿਲੋਂ ਕਾਗਜ਼ੀਆਂ ਲਾਉਣੀਆਂ ਉਹਨੇ। ਜੀ। ਤੇ ਪਹਿਲਾਂ ਤੇ ਉਹਨੇ ਲੱਤ ਟੁੱਟੀ ਹੈ, ਉਹਦੇ ਤੇ ਨਿਸ਼ਾਨ ਹੋਣਗੇ? ਨਿਸ਼ਾਨ ਹੈਗਾ। ਅੱਛਾ ਜੀ, ਨਿਸ਼ਾਨ ਇੱਥੇ ਹੈਗੇ ਨੇ। ਜੀ ਜੀ ਜੀ। ਇਹਦਾ ਮਤਲਬ ਜਦੋਂ ਤੁਸੀਂ ਨਿਸ਼ਾਨ ਵੇਖਦੇ ਹੋਵੋਗੇ ਤੁਹਾਨੂੰ ਆਪਣਾ ਬਚਪਨ ਯਾਦ ਆ ਜਾਂਦਾ। ਬੜਾ ਦੁੱਖ ਸੀ। ਅੱਛਾ। 6 ਮਹੀਨੇ ਮੈਂ ਰਿਹਾ। ਜੀ ਜੀ ਜੀ। ਤੇ ਉਹ ਫਿਰ ਮੁੜ ਕੇ ਮੇਰੀ ਲੱਤ ਠੀਕ ਹੋ ਗਈ ਤੇ ਫਿਰ ਮੇਰੇ ਬਾਪ ਨੇ ਮੈਨੂੰ ਲਾਹੌਰ ਖੜਿਆ। ਅੱਛਾ ਜੀ। ਲਾਹੌਰ ਇੱਥੋਂ ਆਪਣੇ ਰੋਲੂ ਘੁਮਿਆਰ ਹੁੰਦਾ ਸੀ। ਅੱਛਾ ਜੀ। ਉਹਦੇ ਕੋਲ ਘੋੜੀ ਹੁੰਦੀ ਸੀ ਤੇ ਉਹਦੇ ਕੋਲ ਚੜ੍ਹ ਕੇ ਤੇ ਅਸੀਂ ਬਸਤਾਨ ਦੇ ਸਟੇਸ਼ਨ ਤੇ ਆਏ। ਅੱਛਾ ਜੀ। ਕੋਟਰੇ ਲੰਘ ਗਏ ਤੇ ਹੋਰ 3-4 ਪਿੰਡ ਹੋਰ ਹੈਗੇ ਸੀ ਵਿੱਚ ਉਹਨਾਂ ਵਿੱਚੋਂ ਦੀ ਲੰਘ ਕੇ ਨਾ ਤੇ ਫਿਰ ਅਸੀਂ ਬਸਤਾਨ ਦਾ ਸਟੇਸ਼ਨ ਜਿਹੜਾ ਸੀ ਨਾ ਜੀ ਉਹਦੇ ਤੇ ਚੜ੍ਹ ਕੇ ਤੇ ਅਸੀਂ ਫਿਰ ਲਾਹੌਰ ਘੋੜੀ ਉੱਤੇ ਚੜ੍ਹ ਕੇ ਗਏ? ਨਹੀਂ, ਘੋੜੀ ਤੇ ਉੱਥੇ ਗੱਡੀ ਤੇ ਚੜ੍ਹਨਾ ਸੀ। ਅੱਛਾ, ਮਤਲਬ ਜਿੱਥੋਂ ਤੱਕ ਨਹੀਂ ਸੀ ਜਾਂਦੇ ਲੋਕੀ ਘੋੜੀਆਂ ਤੇ ਜਾਂਦੇ ਹੁੰਦੇ ਸੀ। ਉਹ ਰੋਲੂ ਘੁਮਿਆਰ ਨੇ ਸਾਨੂੰ ਉੱਥੇ ਛੱਡ ਆਉਣਾ। ਅੱਛਾ। ਤੇ ਉਹਨੂੰ ਦੱਸ ਦੇਣਾ ਵੀ ਅਸੀਂ ਇੰਨੇ ਵਜੇ ਇੱਥੇ ਆਉਣਾ ਵਾ ਤੇ ਉਹ ਸਾਨੂੰ ਮੁੜ ਕੇ ਆ ਕੇ। ਉਹ ਜਿਹੜੇ ਘੁਮਿਆਰ ਸਨ ਉਹ ਮੁਸਲਮਾਨ ਸਨ ਕਿ ਜਾਂ ਸਿੱਖ ਸੀਗੇ ਜਾਂ ਹਿੰਦੂ ਸੀਗੇ? ਕੌਣ ਸੀ? ਰੋਲੂ ਉਹਨੂੰ ਕਹਿੰਦੇ ਸੀ, ਰੋਲੂ ਘੁਮਿਆਰ। ਅੱਛਾ। ਰੋਲੂ ਘੁਮਿਆਰ ਨੂੰ ਕਹਿੰਦੇ। ਮਤਲਬ ਤੁਹਾਨੂੰ ਉਹਨਾਂ ਦਾ ਪਤਾ ਨਹੀਂ ਹੈਗਾ, ਮਜ਼ਹਬ ਦਾ ਪਤਾ ਨਹੀਂ ਹੈਗਾ ਵੀ ਕੀ? ਮੈਨੂੰ ਤਾਂ ਨਹੀਂ ਪਤਾ ਵੀ ਉਹ ਰੋਲੂ ਘੁਮਿਆਰ ਸੀ ਉਹਨੂੰ। ਅੱਛਾ। ਮੇਰੇ ਬਾਪ ਨੇ ਕਹਿਣਾ ਵੀ ਰੋਲੂ ਘੁਮਿਆਰ ਨਾ ਕਹਿਣਾ। ਅੱਛਾ, ਮੈਨੂੰ ਇੱਕ ਗੱਲ ਦੱਸੋ ਕਿ ਤੁਹਾਡੇ ਜਿਹੜੇ ਮਤਲਬ ਪਿਤਾ ਜੀ ਸੀਗੇ ਉਹਨਾਂ ਦਾ ਕੀ ਨਾਮ ਸੀ? ਸਰਦਾਰ ਆਤਮਾ ਸਿੰਘ। ਸਰਦਾਰ ਆਤਮਾ ਸਿੰਘ। ਤੇ ਉਹਨਾਂ ਦੇ ਮੇਰੇ ਦਾਦੇ ਦਾ ਨਾਮ ਸੀ ਸਰਦਾਰ ਸ਼ਾਮ ਸਿੰਘ। ਸਰਦਾਰ ਸ਼ਾਮ ਸਿੰਘ ਜੀ। ਤੇ ਮਾਤਾ ਦਾ ਨਾਮ? ਮਾਤਾ ਦਾ ਨਾਮ ਮੇਰੇ ਉਹਨਾਂ ਦਾ ਨਹੀਂ ਮੈਨੂੰ ਪਤਾ। ਤੁਹਾਨੂੰ ਮਾਤਾ ਦੇ ਨਾਮ ਨਾਲ? ਮੇਰੇ ਦਾਦਾ ਦੀ ਜਿਹੜਾ ਮੇਰਾ ਬਾਪ ਸੀ ਨਾ ਉਹ ਅਜੇ ਛੋਟੇ ਜਿਹੇ ਸਨ ਤੇ ਉਹਨਾਂ ਦੀ ਮਾਂ ਮਰ ਗਈ ਸੀ। ਓਹ ਹਾਂਜੀ। ਅੱਛਾ। ਤੇ ਫਿਰ ਸਾਡੇ ਦਾਦੇ ਨੇ ਪਾਲਿਆ ਨਾ, ਦਾਦੇ ਨੇ ਆਪਣੀਆਂ 2 ਭੈਣਾਂ ਸਨ ਉਹਨਾਂ ਦੀਆਂ। ਜੀ ਜੀ ਜੀ। ਉਹਨਾਂ ਦੀਆਂ ਤੇ ਭੂਆ ਲੱਗਦੀਆਂ ਨਾ ਜੀ। ਹਾਂਜੀ। ਤੇ ਉਹ ਫਿਰ 2 ਭੈਣਾਂ ਜਿਹੜੀਆਂ ਸਨ ਉਹਨਾਂ ਨੂੰ ਵਾਰੀ ਇੱਕ ਛੋਟੀ ਭੈਣ ਤੇ ਇੱਕ ਵੱਡੀ ਭੈਣ ਜੀ। ਉਹਨਾਂ ਦਾ 6 ਮਹੀਨੇ ਸਾਡੇ ਦਾਦੇ ਨੇ ਕਹਿਣਾ ਕਿ ਇਹਨ ਬੱਚੇ ਨੂੰ ਮੇਰੇ ਨੂੰ ਪਾਲ ਲਓ। ਜੀ ਜੀ ਜੀ। ਸ਼ਾਮ ਸਿੰਘ ਨੇ ਕਹਿਣਾ, ਮੇਰੇ ਬਾਪ ਨੇ ਮੈਨੂੰ ਗੱਲਾਂ ਦੱਸੀ
ਅੱਛਾ, ਨਹੀਂ ਮੈਂ ਤੁਹਾਡੀ ਮਾਤਾ ਜੀ ਦਾ ਨਾਮ ਪੁੱਛਿਆ। ਮੇਰੀ ਮਾਤਾ ਦਾ ਨਾਮ ਹਰਬੰਸ ਕੌਰ। ਹਰਬੰਸ ਕੌਰ, ਠੀਕ ਹੈ ਜੀ, ਠੀਕ ਹੈ। ਤੇ ਮੈਂ ਮਤਲਬ ਮੁਸਲਮਾਨ ਭਰਾ ਜਿਹੜੇ ਨੇ ਸਾਡੀਆਂ ਉਧਰ ਔਰਤਾਂ ਸੀਗੀਆਂ, ਸਾਡੇ ਘਰਾਂ ਦੇ ਵਿੱਚ ਆਣ ਜਾਣ ਸੀਗਾ, ਮਿਲਣ ਵਰਤਨ, ਬਹੁਤ ਮਤਲਬ ਕਦੀ ਕੋਈ ਏਦਾਂ ਦੀ ਕੋਈ ਗੱਲ ਤਾਂ ਨਹੀਂ ਸੀ। ਤੇ ਪਿੰਡ ਦੇ ਵਿੱਚ ਮੁਸਲਮਾਨ ਵੀ ਰਹਿੰਦੇ ਹੋਣਗੇ? ਸਾਰੇ ਬੜੇ ਮੁਸਲਮਾਨ, ਸਾਰੀਆਂ ਜਾਤਾਂ ਹਨ ਸਾਡੇ ਪਿੰਡ ਦੇ ਵਿੱਚ। ਤੁਹਾਡੇ ਪਿੰਡ ਦੇ ਵਿੱਚ ਸਾਰੀਆਂ ਜਾਤਾਂ? ਸਾਰੀਆਂ ਜਾਤਾਂ। ਜੀ ਜੀ ਜੀ। ਤੇ ਉਹ ਜਿਹੜੀ ਸਾਡੀ ਗਲੀ ਆ ਨਾ, ਹਾਂਜੀ, ਉਹਦੇ ਵਿੱਚ ਤਰਖਾਣ ਤੇ ਜਾਟੀ ਸਨ। ਅੱਛਾ, ਤੁਹਾਡੀ ਵਾਲੀ ਗਲੀ ਦੇ ਵਿੱਚ ਤਰਖਾਣ ਤੇ ਜਾਟੀ ਸੀ। ਤੇ ਬਾਹਰ ਜਦੋਂ ਆਉਣਾ ਤੇ ਉਹ ਬਾਬਾ ਫੁੱਲਾ ਹੁੰਦਾ ਸੀ। ਜੀ ਜੀ ਉਹਦੇ ਜੀ। ਦਰਖਤ ਬੜੇ ਹੁੰਦੇ ਹਨ, ਦਰਖਤ ਸਨ ਜੀ। ਤੇ ਮਤਲਬ ਮੈਨੂੰ ਇਹ ਗੱਲ ਦੱਸੋ ਕਿ ਤੁਹਾਨੂੰ ਅਜੇ ਪੂਰੇ ਨਕਸ਼ੇ ਯਾਦ ਨੇ? ਮੈਨੂੰ ਪੂਰਾ ਮੇਰੇ ਨਕਸ਼ਾ ਦਿਮਾਗ ਦੇ ਵਿੱਚ ਹੈ। ਜੇ ਤੁਹਾਨੂੰ ਉੱਧਰ ਭੇਜ ਦਿੱਤਾ ਜਾਏ ਤਾਂ ਤੁਸੀਂ ਪਛਾਣ ਸਕਦੇ ਮੈਂ ਹੋ? ਆਪਣਾ ਘਰ ਨਹੀਂ ਪਛਾਣ ਲੈਣਾ। ਅੱਛਾ। ਮੈਂ ਸਾਰਾ ਕੁਝ ਹੀ, ਮੈਂ ਪਿਆ ਕਿਹਦਾ ਘਰ ਸੀ ਤੇ ਆਹ ਕਿਹਦਾ ਘਰ ਸੀ ਉਹ ਵੀ ਮੈਨੂੰ ਪਤਾ। ਕਦੀ ਸੁਪਨਿਆਂ ਦੇ ਵਿੱਚ ਆਇਆ ਉਹ ਘਰ? ਆਉਂਦਾ ਹੀ ਰਹਿੰਦਾ। ਆਉਂਦਾ ਹੀ ਰਹਿੰਦਾ। ਓਹੋ। ਤੇ ਮਤਲਬ ਭਾਵੁਕ ਕਰ ਜਾਂਦਾ ਉਹ? ਬਹੁਤ, ਮੈਂ ਰੋਣ ਵੀ ਨਿਕਲ ਜਾਂਦਾ। ਰੋਣ ਨਿਕਲ ਜਾਂਦਾ। ਯਾਦ ਕਰਕੇ ਜਿਹੜਾ ਉਹ ਬਚਪਨ, ਉਹ ਘਰ, ਉਹ ਵਿਹੜੇ, ਉਹ ਮਿੱਤਰ, ਉਹ ਦੋਸਤ, ਰੋਣ ਆ ਜਾਂਦਾ। ਤੇ ਆਪਾਂ ਵੰਡ ਕੇ ਖੱਟਿਆ ਕੁਝ ਨਹੀਂ ਹੈਗਾ, ਕੁਝ ਨਹੀਂ ਗਵਾ ਲਿਆ ਬਹੁਤ ਕੁਝ ਹੈ, ਆਪਣੇ ਭਾਈਆਂ ਨੂੰ, ਆਪਣੇ ਵੀਰਾਂ ਨੂੰ, ਆਪਣੀਆਂ ਸਾਂਝਾਂ ਨੂੰ, ਆਪਣੀਆਂ ਮੁਹੱਬਤਾਂ ਨੂੰ, ਬੜਾ ਕੁਝ ਵੰਡ ਬੈਠੇ ਮੈਨੂੰ ਅਸੀਂ। ਪਤਾ ਵੀ ਮੈਂ ਨਾ ਤੂਤਾਂ ਵਾਲੇ ਖੂਹ ਤੇ ਜਾਣਾ। ਅੱਛਾ ਜੀ। ਤੇ ਮੈਂ ਆਪਣੇ ਬਾਪ ਨੂੰ ਕਹਿਣਾ ਵੀ ਮੈਨੂੰ ਨਾ ਭੰਡ ਚਕਾ ਦੇ। ਅੱਛਾ। ਤੇ ਇੰਨੇ ਕਿ ਉਹਨੇ ਨਾ ਵਿਚਾਰੀ ਛੋਟੇ ਸੀਗੇ ਤੁਸੀਂ? ਤੇ ਮੇਰੇ ਸਿਰ ਤੇ ਰੱਖ ਲਈ। ਅੱਛਾ ਤੇ ਜੀ। ਮੈਂ ਆਪਣਾ ਘਰ ਲੈ ਕੇ। ਅੱਛਾ ਜੀ। ਹਾਂਜੀ, ਕਈ ਵਾਰੀ ਮੈਂ ਥੱਕ ਜਾਣਾ, ਫੇਰ ਮੈਂ ਥੱਲੇ ਸੁੱਟ ਦੇਣਾ, ਫੇਰ ਮੈਂ ਉੱਥੋਂ ਫਿਰ ਤੁਰ ਕੇ ਆਉਣਾ। ਅੱਛਾ ਜੀ। ਉਦੋਂ ਕਿਹੜੀਆਂ ਗੱਡੀਆਂ ਹੁੰਦੀਆਂ ਜੀ ਜੀ ਜੀ। ਨਾ ਕੋਈ ਸਾਈਕਲ ਹੁੰਦਾ ਸੀ। ਜੀ ਤੇ ਉਦੋਂ ਤੁਰ ਕੇ ਜਾਣਾ, ਤੇ ਤੁਰ ਕੇ ਜਾਂ ਘੋੜੀਆਂ ਤੇ ਜਾਂਦੇ ਹੁੰਦੇ ਸੀ। ਜੀ ਜੀ ਜੀ। ਘੋੜੀਆਂ ਦੇ ਉੱਤੇ ਕਦੇ ਜਾਣਾ। ਤੇ ਉਹ ਮੈਨੂੰ ਅਜੇ ਵੀ ਆਪਣਾ ਪਿੰਡ ਯਾਦ ਆਉਂਦਾ। ਹਾਂਜੀ ਜੀ। ਤੇ ਅਸੀਂ, ਮੈਨੂੰ ਪਤਾ ਵੀ ਜਦੋਂ ਅਸੀਂ ਬਾਜ਼ਾਰ ਨੂੰ ਜਾਣਾ ਨਾ, ਹਾਂਜੀ। ਤੇ ਅਸੀਂ 2 ਪੈਸੇ ਜਾਂ 3 ਆਨਾ ਵੀ ਹੁੰਦਾ ਸੀਗਾ। ਜੀ ਜੀ ਜੀ। ਆਨਾ ਵੀ ਜੀ। ਤੇ ਨਾਲ ਆਪਣੇ ਛੋਟਾ ਜਿਹਾ ਇੱਕ ਪਾਈ ਵੀ ਹੁੰਦੀ ਸੀ। ਜੀ। ਤੇ ਉਹ ਅਸੀਂ ਆਪਣੇ ਹੀਮੋ ਬੱਲੜ ਦੀ ਦੁਕਾਨ ਹੁੰਦੀ ਸੀਗੀ। ਜੀ ਜੀ ਜੀ। ਹੀਮੋ ਬੱਲੜ ਉਹਨੂੰ ਕਹਿੰਦੇ ਹੁੰਦੇ। ਅੱਛਾ, ਹੀਮੋ ਬੱਲੜ। ਹੀਮੋ ਬੱਲੜ। ਬੱਲੜ, ਠੀਕ ਹੈ। ਤੇ ਉਸ ਦੁਕਾਨ ਤੋਂ ਆਹ ਉਹਨੂੰ ਪੈਸਾ ਦੇਣਾ ਤੇ ਆਖਣਾ ਵੀ ਸਾਨੂੰ ਮੂੰਗਫਲੀ ਦੇ ਦੇ। ਜੀ। ਉਹਨੇ ਸਾਨੂੰ ਭਰ ਕੇ ਬੁੱਕ ਜਿਹੜਾ ਨਾ ਸਾਨੂੰ ਦੇ ਦੇਣਾ, ਤੇ ਅਸੀਂ ਕਈ ਆਪਣੀ ਝੋਲੀ 'ਚ ਪਾ ਲੈਣਾ। ਅੱਛਾ ਜੀ। ਹਾਂਜੀ। ਜੀ ਜੀ। ਤੇ ਉਹ ਫਿਰ ਹੀਮੋ ਬੱਲੜ ਦੀ ਦੁਕਾਨ ਤੋਂ ਫਿਰ ਅੱਗੇ ਕਰਕੇ ਸਾਰਾ ਹੀ ਬਾਜ਼ਾਰ ਸ਼ੁਰੂ ਹੋ ਜਾਂਦਾ ਸੀ। ਜੀ ਜੀ ਜੀ। ਹਾਂਜੀ, ਪਹਿਲੀ ਦੁਕਾਨ ਸੱਜੇ ਹੱਥ ਮਤਲਬ ਹੀਮੋ ਬੱਲੜ ਦੀ ਹੁੰਦੀ ਸੀ। ਜੀ 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 ਜੀ। ਤੇ ਉਹਨੂੰ ਜੇ ਆਹ ਆਖਣਾ ਕਿ ਸਾਨੂੰ ਝੁੱਗਾ ਦਿਓ, ਜੀ, ਤੇ ਉਹਨੇ ਸਾਨੂੰ ਝੁੱਗਾ ਇੰਨਾ ਭਰ ਕੇ ਤੇ ਝੁੱਗਾ ਦੇਣਾ। ਅੱਛਾ ਜੀ। ਤੇ ਹਾਂ ਫਿਰ ਹੱਥ ਹੱਥ 'ਚ ਲਾਉਣਾ। ਅੱਛਾ। ਇੰਨੀ ਮੂੰਗਫਲੀ ਦੇਣੀ ਉਹਨੇ। ਲੋਕੀ ਚੰਗੇ ਸੀਗੇ, ਮੁਹੱਬਤਾਂ ਬਹੁਤ ਸੀ, ਬੜੇ ਚੰਗੇ। ਹੈ, ਕੋਈ ਸਵਾਰਥ ਨਹੀਂ ਸੀ, ਕੋਈ ਲਾਲਚ ਨਹੀਂ ਸੀ, ਸਾਰੇ ਮੈਨੂੰ ਲੱਗਦਾ ਸਾਂਝਾ ਨਹੀਂ ਸੀਗੀਆਂ। ਬਿਲਕੁਲ। ਅੱਜ ਤੇ ਅਸੀਂ ਬੜੇ ਪਦਾਰਥਵਾਦੀ ਜੀ ਹੋ ਗਏ। ਉਦੋਂ ਤੇ ਨਹੀਂ ਇਹੋ ਜਿਹੀ ਗੱਲ ਹੈਗੀ ਸੀ। ਹਾਂ, ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਲੜਕੀਆਂ ਜਾਂ ਲੜਕੇ ਇਕੱਠੀਆਂ ਖੇਡਣਾ, ਅਸੀਂ ਲੁਕਣ ਮਿੱਟੀ ਖੇਡਦੇ ਰਹੇ। ਲੁਕਣ ਮਿੱਟੀ ਬੱਚੀਆਂ ਨੇ ਖੇਡਣੀ, ਹਾਂ, ਬੱਚਿਆਂ ਨੇ ਹੈ, ਸਭ ਨੇ। ਹਾਂ। ਸੋ ਧੀਆਂ ਭੈਣਾਂ ਵੀ ਸਾਂਝੀਆਂ ਸੀ। ਸੋ ਕਿੰਨਾ ਚੰਗਾ ਮਾਹੌਲ ਸੀਗਾ, ਕਿੰਨੀਆਂ ਵਧੀਆ ਉਹ ਸਾਂਝਾਂ ਸੀਗੀਆਂ। ਮੇਰੇ ਬਾਪ ਨੇ, ਅੱਛਾ ਜੀ, ਅਮੀਰ ਬੜਾ ਹੁੰਦਾ ਸੀ ਮੇਰਾ ਬਾਪ। ਹਾਂਜੀ ਹਾਂਜੀ, ਮਤਲਬ ਤੁਸੀਂ ਦੱਸਿਆ ਕਿ 60 ਕਿੱਲੇ ਜ਼ਮੀਨ ਸੀਗੀ। ਹਾਂ। ਤੇ ਉੱਥੇ ਇਹਨਾਂ ਦੇ ਕੋਲ ਪੈਸਾ ਧਨ ਬੜਾ ਸੀ ਮੇਰੇ ਬਾਪ। ਅੱਛਾ ਜੀ। ਉਹ ਜਿਹੜਾ ਧਨ ਸੀ ਨਾ, ਉਹ ਜਦੋਂ 18 ਅਗਸਤ ਨੂੰ ਘਰੋਂ ਨਿਕਲਣ ਲੱਗੇ ਆ ਨਾ, ਅੱਛਾ, ਤੇ ਮੇਰੇ ਬਾਪ ਨੇ ਉੱਤੇ ਡੰਗਰਾਂ ਵਾਲਾ ਜਿਹੜਾ ਕਮਰਾ ਸੀ ਨਾ, ਅੱਛਾ, ਉਹਦੇ ਕੋਲੇ ਦੇ ਲਾਗੇ ਟੋਆ ਕੱਢ ਕੇ, ਅੱਛਾ ਜੀ, ਤੇ ਉੱਥੇ ਉਹਨਾਂ ਨੇ ਉਹ ਗਾਗਰ ਨੱਪ ਕੇ, ਗਾਗਰ ਵਿੱਚ ਉਹ ਮਤਲਬ ਜਿਹੜੇ ਪੈਸੇ ਸੀਗੇ ਜਾਂ ਸਾਰਾ ਕੁਝ ਸੀਗਾ ਉਹਦੇ ਚ ਪਾ ਕੇ, ਤੇ ਉਹਨੂੰ ਫਿਰ ਮਿੱਟੀ ਪਾ ਕੇ ਭਰ ਕੇ, ਤੇ ਉਹਦੇ ਉੱਤੇ ਨਾ ਉਹਨਾਂ ਤੂੜੀ ਖਿਲਾ ਦਿੱਤੀ। ਅੱਛਾ, ਵੀ ਪਤਾ ਨਾ ਲੱਗੇ। ਅੱਛਾ। ਉਹ ਫਿਰ ਉਹੋ ਹੀ ਮਤਲਬ ਮੈਂ ਲਾਗੇ ਖਲੋਤਾ ਵੇਖਣ ਡਿਆ। ਜੀ ਜੀ ਜੀ। ਤੇ ਮੈਨੂੰ ਉਹ ਅਜੇ ਤੱਕ ਮੇਰੇ ਦਿਮਾਗ ਦੇ ਵਿੱਚ ਉਹ ਸਾਰਾ ਹੀ ਨਕਸ਼ਾ ਹੈਗਾ। ਅੱਛਾ। ਐਸ ਕੋਲੇ ਲਾਗੇ ਮੇਰੇ ਬਾਪ ਨੇ ਟੋਆ ਕੱਢ ਕੇ ਤੇ ਉਹ ਧਨ ਨੱਪਿਆ ਸੀ। ਅੱਛਾ ਜੀ। ਤੇ ਉਹ ਫਿਰ ਮੁੜ ਕੇ ਨਾ ਬਾਅਦ ਚ ਫਿਰ ਉੱਥੋਂ ਫਿਰ ਤੁਰ ਪਏ ਅਸੀਂ। ਅੱਛਾ ਜੀ। ਮੈਂ ਤੁਹਾਡੇ ਤੋਂ ਇਹ ਗੱਲ ਬਾਅਦ ਵਿੱਚ ਪੁੱਛਣਾ, ਪਹਿਲਾਂ ਮੈਨੂੰ ਇਹ ਗੱਲ ਦੱਸੋ ਕਿ ਜਦੋਂ ਵੰਡਾਰਾ ਜਿਹੜਾ ਸੀਗਾ ਹੋਇਆ ਸਾਡਾ, ਉਹਦੇ ਤੋਂ ਪਹਿਲਾਂ ਕੁਝ ਦੇਰ ਪਹਿਲਾਂ ਜਿਹੜੇ ਨੇ ਕੋਈ ਇਦਾਂ ਦੇ ਜਿਹੜੇ ਨੇ ਹਾਲਾਤ ਪੈਦਾ ਹੋ ਗਏ ਸੀਗੇ ਜੇ ਨਫ਼ਰਤਾਂ ਦੇ, ਜਾਂ ਤੁਹਾਡੇ ਲਾਗੇ ਕੋਈ ਰੋਲਾ
ਜਾਂ ਇਸ ਤਰ੍ਹਾਂ ਦੇ ਨਾਲ ਕਦੀ? ਸਾਨੂੰ ਤੇ ਇੰਨਾ ਨਹੀਂ ਪਤਾ ਅੱਛਾ ਵੀ ਅਸੀਂ ਕਿੱਥੇ ਜਾਣਾ। ਅੱਛਾ ਜੀ। ਹਾਂਜੀ, ਸਾਨੂੰ ਉਹਨਾਂ ਜਦੋਂ ਮੇਰੇ ਬਾਪ ਨੇ ਉਹ ਨੱਪ ਕੇ ਨਾ ਗਾਗਰ, ਅੱਛਾ, ਤੇ ਉਹ ਮੈਨੂੰ ਵੀ ਹੱਥ 'ਚ ਫੜ ਲਿਆ ਤੇ ਮੇਰੇ ਵੱਡਾ ਭਰਾ ਜਿਹੜਾ ਸੀ ਉਹਨੂੰ ਵੀ। ਅੱਛਾ। ਤੇ ਉਹ ਮੁੜ ਕੇ ਫਿਰ ਉਹਨਾਂ ਨੇ ਜੰਦਰੇ ਮਾਰੇ ਆਪਣੇ ਸਾਰੇ ਕਮਰਿਆਂ ਨੂੰ। ਜੀ ਜੀ ਜੀ। ਜੰਦਰੇ ਮਾਰ ਕੇ ਤੇ ਗਲੀ ਵਿੱਚ ਫਿਰ ਸਾਰੇ ਉੱਥੇ ਨਾ ਬਾਬੇ ਕੁੱਲਾ ਜਿਹੜਾ ਸੀ ਨਾ, ਅੱਛਾ, ਇਹ ਇੱਥੇ ਜਦੋਂ ਸਾਰੇ ਬੰਦੇ ਉੱਥੇ ਇਕੱਠੇ ਹੁੰਦੇ ਸੀ। ਅੱਛਾ, ਤਾਂ ਮਤਲਬ ਮੀਟਿੰਗਾਂ ਹੁੰਦੀਆਂ ਸੀਗੀਆਂ? ਮੀਟਿੰਗ ਹੁੰਦੀ ਸੀ ਤੇ ਜਿਹੜਾ ਵੀ ਉੱਥੇ ਜਦੋਂ ਸਰਪੰਚ ਹੁੰਦਾ ਉਹ ਕੋਈ ਇਹੋ ਜਿਹਾ ਹੁੰਦਾ ਸੀਗਾ ਤੇ ਉਹਨੇ ਆਖਣਾ ਵੀ ਹੁਣ ਤੁਸੀਂ ਨਾ ਘਰ ਛੱਡ ਕੇ ਚੱਲ ਜਾਓ ਜੀ ਜੀ, ਤੇ ਬੱਚਿਆਂ ਨੂੰ ਉੱਧਰ ਲੈ ਜਾਓ ਰਾਵੀ ਦਰਿਆ। ਜੀ ਜੀ ਜੀ। ਇਹਦਾ ਮਤਲਬ ਪਤਾ ਲੱਗ ਚੁੱਕਿਆ ਸੀਗਾ ਵੀ ਹਾਲਾਤ ਜਿਹੜੇ ਨੇ ਉਹ ਵਿਗੜ ਰਹੇ ਨੇ, ਖਰਾਬ ਹੋ ਰਹੇ ਨੇ। ਇਹੋ ਗੱਲ ਅਸੀਂ ਮਤਲਬ ਵੇਖ ਲਓ ਵੀ ਅਸੀਂ ਸਾਨੂੰ ਫਿਰ ਮੇਰੇ ਬਾਪ ਨੇ ਨਾ ਉਹਨਾਂ ਨੇ ਸਾਰਿਆਂ ਨੇ ਇਹ ਉਸੇ ਦਿਨ ਹੀ ਨਾ 18 ਅਗਸਤ 1947 ਨੂੰ। ਅੱਛਾ, 15 ਅਗਸਤ 1947 ਨੂੰ ਜਿਹੜਾ ਆ ਉਹ ਦੇਸ਼ ਆਜ਼ਾਦ ਹੋ ਗਿਆ ਤੇ 18 ਨੂੰ ਤੁਸੀਂ ਜਿਹੜੇ ਆ ਨਿਕਲੇ ਆ ਉਦੋਂ ਨਿਕਲੇ ਏਦਾਂ ਵੀ ਉਦੋਂ ਨਾ ਬਸਾਉਕੋਟ ਤੋਂ ਬੰਦਾ ਆਇਆ। ਅੱਛਾ ਜੀ। ਉਹ ਘੋੜੀ ਤੇ ਚੜ੍ਹ ਕੇ ਆਇਆ ਤੇ ਉਹਨੇ ਆ ਕੇ ਜਿਹੜਾ ਸਾਡਾ ਉੱਥੇ ਲੰਬੜਦਾਰ ਸੀ ਨਾ ਜਿਹੜਾ ਹੈਗਾ ਸੀ, ਕੀ ਨਾਮ ਸੀ ਉਹਦਾ ਯਾਦ? ਉਹਦਾ ਨਾਮ ਨਹੀਂ ਯਾਦ, ਉਹਦੇ ਬਾਬੇ ਕੁੱਲੇ ਆ ਕੇ ਸਾਰੇ ਇਕੱਠੇ ਹੁੰਦੇ ਸੀ। ਅੱਛਾ ਜੀ ਜੀ। ਬੜਾ ਵੱਡਾ ਸੀਗਾ, ਮਤਲਬ ਖੁੱਲਾ ਥਾਂ ਸੀ। ਜੀ ਜੀ ਜੀ। ਤੇ ਨਾਲ ਹੀ ਰੇਤ ਬੜੀ ਸੀਗੀ, ਉਹਨੂੰ ਰੇਤ ਦੇ ਕਈ ਖੇਡਦੇ ਵੀ ਰਹੇ ਆ। ਜੀ ਜੀ ਜੀ। ਤੇ ਉੱਥੇ ਆ ਕੇ ਤੇ ਉਹਨੇ ਫਿਰ ਸਭ ਅਨਾਉਂਸਮੈਂਟ ਕਰ ਦਿੱਤੀ ਵੀ ਹੁਣ ਸਾਰੇ ਤੁਸੀਂ ਨਾ ਆਪਣੇ ਉੱਧਰ ਚੱਲ ਜਾਓ। ਜੀ ਜੀ ਜੀ। ਹਾਂਜੀ, ਤੇ ਉਹ ਫਿਰ ਮੇਰੇ ਬਾਪ ਨੇ ਫਿਰ ਉਦੋਂ ਇੱਕ ਸਾਊਥਕੋਟ ਤੋਂ ਬੰਦਾ ਆਇਆ ਨਾ ਜਿਹੜਾ। ਜੀ ਜੀ। ਤੇ ਉਹਨਾਂ ਨੇ ਆਖਿਆ ਵੀ ਸਾਨੂੰ ਮੁਸਲਮਾਨਾਂ ਨੇ ਸਾਡੇ ਕੋਲ ਬੰਦੇ ਮਾਰ ਦਿੱਤੇ ਨੇ। ਮਿਲਟਰੀ ਜੀ ਜੀ, ਮੁਸਲਮਾਨ ਮਿਲਟਰੀ ਜੀ। ਤੇ ਉਹ ਕੀਤਾ ਵੀ ਸਾਡਾ ਪਿੰਡ ਜਿਹੜਾ ਸੀ ਨਾ ਇਹ ਬੜਾ ਅਰਬ ਸੀਗਾ ਜੀ, ਪਿੰਡ ਦੇ ਲੋਕ ਬੜੇ ਅਰਬ ਸਨ ਜੀ। ਇਹਨਾਂ ਨੇ ਕੀ ਕੀਤਾ ਵੀ ਉਹ ਸਾਰੇ ਜਿੰਨੇ ਵੀ ਹੈ ਨਾ ਉਦੋਂ ਨਾ ਜਿਹੜੀਆਂ ਦੁਕਾਨਾਂ ਨੇ ਨਾ ਉਧਾਰਾਂ ਦੀਆਂ ਜੀ, ਉੱਥੇ ਹਥਿਆਰ ਹੀ ਬਣਦੇ ਹੁੰਦੇ ਸਨ। ਅੱਛਾ ਜੀ, ਇਹਦਾ ਮਤਲਬ ਉੱਥੇ ਹਥਿਆਰ ਬਣਨੇ ਸ਼ੁਰੂ ਹੋ ਗਏ ਇੱਕ ਦੂਜਿਆਂ ਨੂੰ ਮਾਰਨ ਦੇ ਲਈ। ਜੀ ਜੀ ਜੀ। ਤੇ ਇੱਥੋਂ ਫਿਰ ਚਲੋ ਮੇਰਾ ਬਾਪ ਵੀ ਚਲ ਗਿਆ ਨਾਲ, ਮੇਰਾ ਤਾਇਆ ਸੀ ਮੂਲਾ ਸਿੰਘ ਉਹਦਾ ਨਾਮ ਜੀ, ਉਹ ਵੀ ਨਾਲ ਚਲ ਗਿਆ। ਤੇ ਉੱਥੇ ਜਾ ਕੇ ਤੇ ਉਹ ਫਿਰ ਨੌਜਵਾਨ ਮੁੰਡੇ ਜਿਹੜੇ ਸੀ ਨਾ ਅੱਗੇ ਜਾ ਕੇ ਵਧੇ ਤੇ ਉਹਨਾਂ ਨੇ ਜਿਹੜੀ ਮਿਲਟਰੀ ਸੀ ਨਾ ਇਹਨਾਂ ਦੀ ਮੁਸਲਮਾਨਾਂ ਦੀ ਜੀ, ਉਹਨਾਂ ਨੇ ਬੰਦੇ ਮਾਰੇ, ਇਹਨਾਂ ਨੇ ਉਹ ਸਾਰਿਆਂ ਨੂੰ ਮਾਰ ਦਿੱਤਾ ਜਾ। ਅੱਛਾ ਜੀ। ਇਹ ਸਾਊਥਕੋਟ ਆ ਕੇ ਜੀ ਜੀ ਜੀ। ਤੇ ਉੱਥੋਂ ਫਿਰ ਜਦੋਂ ਉਹਨਾਂ ਦੀਆਂ 3 ਮੁੰਡੇ ਨੌਜਵਾਨ ਜਿਹੜੇ ਸੀ ਨਾ ਸਾਡੇ ਬੁੜੇ ਦਲੇ ਦੇ ਜੀ, ਉਹਨਾਂ ਦੀਆਂ ਲਾਸ਼ਾਂ ਲੈ ਕੇ ਆਏ। ਅੱਛਾ ਜੀ। ਲਾਸ਼ਾਂ ਆਈਆਂ ਤੇ ਮੇਰਾ ਤਾਇਆ ਜਿਹੜਾ ਸੀ ਨਾ ਮੂਲਾ ਸਿੰਘ, ਅੱਛਾ ਜੀ, ਉਹ ਕਹਿੰਦਾ ਕਿ ਆਤਮਾ ਸਿੰਘ, ਮੇਰੇ ਬਾਪ ਦਾ ਨਾਮ ਆਤਮਾ, ਹਾਂਜੀ ਹਾਂਜੀ, ਉਹ ਕਹਿੰਦਾ ਵੀ ਆਤਮਾ ਸਿੰਘ ਤੁਸੀਂ ਹੁਣ ਬੱਚੇ ਲੈ ਕੇ ਤੇ ਜਾਓ, ਮਤਲਬ ਜਾਓ ਹੁਣ ਸਾਰੇ, ਜਿੱਦਣ ਉਹਨੇ ਕਹਿੰਦਾ ਵੀ ਹੁਣ ਤੁਸੀਂ ਘਰਾਂ ਨੂੰ ਛੱਡ ਕੇ ਚੱਲ ਜਾਓ। ਜੀ ਜੀ ਜੀ। ਤੇ ਉਹ ਫਿਰ ਉਹ ਕਹਿੰਦਾ ਵੀ ਮੈਂ ਆਵਾਂਗਾ ਇਹਨਾਂ ਦੀਆਂ ਲਾਸ਼ਾਂ ਦਾ ਸੰਸਕਾਰ ਕਰਕੇ। ਅੱਛਾ ਜੀ। ਬਾਪੂ ਮੂਲਾ ਸਿੰਘ ਜੀ ਜੀ, ਉਹਨੂੰ ਕਾਲੀਆ ਕਹਿੰਦੇ ਹੁੰਦੇ ਸੀ। ਅੱਛਾ ਜੀ। ਬਾਪੂ ਕਾਲੀਆ ਜੀ ਜੀ, ਤੇ ਨਾਮ ਉਹਦਾ ਮੂਲਾ ਸਿੰਘ ਸੀ। ਜੀ ਜੀ ਜੀ। ਉੱਚਾ ਲੰਮਾ ਜਵਾਨ ਸਿੰਘ ਨੀਲੀ ਭਾਗੀ ਬੰਦਾ ਹੁੰਦਾ। ਅੱਛਾ ਜੀ। ਤੇ ਉਹ ਆਂਦਾ ਵੀ ਮੈਂ ਇਹਨਾਂ ਦਾ ਸੰਸਕਾਰ ਕਰਕੇ ਤੇ ਫੇਰ ਆਵਾਂਗਾ ਜੀ। ਤੇ ਉਹਨੂੰ ਇਹ ਪਤਾ ਸੀਗਾ ਕਿ ਇੱਧਰ ਥੇ ਤਿੱਖੇ ਜਿਹੜੇ ਨਾ ਮੇਰੀ ਮਾਸੀ ਜਿਹੜੀ ਨਾ ਇੱਥੇ ਥੇ ਤਿੱਖੇ ਧਾਰੀਵਾਲ ਦੇ ਲਾਗੇ ਜੀ ਜੀ, ਉੱਥੇ ਮੇਰੇ ਥੇ ਤਿੱਖੇ ਮੇਰੀ ਮਾਸੀ ਜਿਹੜੀ ਦੀ ਸੀ ਜੀ ਜੀ। ਤੇ ਮੇਰਾ ਮਾਸਾ ਜਿਹੜਾ ਸੀ ਨਾ ਅੰਗਰੇਜ਼ ਦੇ ਵਾਲੇ ਥਾਣੇਦਾਰ ਸੀ ਜੀ, ਤੇ ਇਹ ਲਾਹੌਰ ਲੱਗਾ ਹੁੰਦਾ ਸੀ। ਅੱਛਾ, ਉਹ ਲਾਹੌਰ ਜਿਹੜੇ ਨੇ ਥਾਣੇਦਾਰ ਸੀ ਤੁਹਾਡੇ ਮਾਸੜ ਦੀ? ਮਾਸਾ ਜੀ ਜੀ ਜੀ। ਸਰਦਾਰ ਨਾਨਕ ਸਿੰਘ ਉਹਦਾ ਨਾਮ ਸੀ ਜੀ ਜੀ। ਤੇ ਉਹ ਫਿਰ ਜਦੋਂ ਮੇਰੇ ਆ ਸੱਟ ਲੱਗੀ ਨਾ ਲੱਕ ਤੇ ਜੀ, ਤੇ ਮੇਰਾ ਬਾਪ ਮੈਨੂੰ ਉੱਥੇ ਲਾਹੌਰ ਲੈ ਕੇ ਗਏ। ਅੱਛਾ, ਉਹਨਾਂ ਕੋਲ ਲੈ ਕੇ ਗਏ। ਅੱਛਾ। ਤੇ ਉਹਨੇ ਫਿਰ ਉਦੋਂ ਉਹਦੇ ਕੋਲ ਸਾਈਕਲ ਹੈਗਾ ਸੀ, ਲੋਕਾਂ ਕੋਲ ਸਾਈਕਲ ਹੈ ਨਹੀਂ ਸੀ। ਅੱਛਾ ਜੀ। ਤੇ ਮੇਰੇ ਮਾਸੜ ਕੋਲ ਸਾਈਕਲ ਸੀਗਾ। ਇਹਦਾ ਮਤਲਬ ਉਹ ਵੀ ਅਮੀਰ ਸੀਗਾ ਜੀ ਜੀ ਜੀ। ਤੇ ਉਹਨੇ ਸਾਈਕਲ ਦੇ ਵਿੱਚ ਮੈਨੂੰ ਪਿੱਛੇ ਬਿਠਾਇਆ ਤੇ ਮੈਨੂੰ ਉੱਥੇ ਲੈ ਗਿਆ ਜੀ। ਉਹ ਕੋਈ ਪਤਾ ਨਹੀਂ ਕਿਹੜਾ ਬੰਦਾ ਸੀ, ਉਹਨੇ ਨਾਲ ਲਾਲਟਨ ਰੱਖੀ ਮੇਰੇ ਇੱਥੇ ਲਾਲਟਨ ਜੀ ਰੱਖੀ। ਮੈਂ ਤਾਂ ਲਾਲਟਨ ਹੀ ਕਹਾਂਗਾ, ਇਸੇ ਤਰ੍ਹਾਂ ਉਹ ਰੱਖੀ ਉਹਨਾਂ ਤੇ ਉੱਤੋਂ ਦੀ ਝਾਤੀ ਜੀ ਮਾਰੀ ਉਹਨੇ, ਤੇ ਉਹਨੇ ਆਖਿਆ ਵੀ ਬਿਲਕੁਲ ਠੀਕ ਤੁਹਾਡੀ ਲੱਤ ਜੁੜ ਗਈ।
ਹਾਂਜੀ ਹਾਂਜੀ। ਇਹ ਤੁਹਾਡੇ ਇਹ ਤੁਸੀਂ ਸਾਨੂੰ ਪਹਿਲਾਂ ਦੀਆਂ ਗੱਲਾਂ ਸੁਣਾ ਰਹੇ ਹੋ, ਮਤਲਬ ਵੰਡ ਤੋਂ ਪਹਿਲਾਂ ਦੀਆਂ। ਪਰ ਮੈਨੂੰ ਇੱਕ ਗੱਲ ਦੱਸੋ ਕਿ ਜਦੋਂ ਵੰਡ ਹੋਈ ਉਦੋਂ ਉਹ ਆਪਾਂ ਗੱਲਾਂ ਕਰਦੇ ਆ ਕਿ ਉਹ ਜਿਹੜੀ ਵੰਡ ਸੀਗੀ, ਤੁਸੀਂ ਜਦੋਂ 18 ਅਗਸਤ ਵਾਲੇ ਦਿਨ ਨਿਕਲੇ ਹੋ, ਔਰ ਦਿਨ ਦੇ ਟਾਈਮ ਨਿਕਲੇ ਹੋ ਜਾਂ ਰਾਤ ਦਾ ਸਮਾਂ ਸੀ? ਦਿਨ ਦੇ ਟਾਈਮ ਨਿਕਲੇ। ਤੇ ਕਾਹਦੇ ਤੇ ਆਏ ਫਿਰ ਇੱਧਰ? ਤੁਰਦੇ ਆਏ। ਤੇ ਕਿਹੜੇ ਰਸਤੇ ਆਏ, ਤੁਹਾਨੂੰ ਯਾਦ ਹੈ ਕੁਝ? ਪਹਿਲਾਂ ਇੱਕ ਨਾਲਾ ਸਾਡੇ ਪਿੰਡ ਦੇ ਲਾਗੋਂ ਦੀ ਵਗਦਾ ਸੀ। ਉਹਦਾ ਕੀ ਨਾਮ ਸੀਗਾ ਭਲਾ? ਉਹਨੂੰ ਨਾਲਾ ਹੀ ਕਹਿੰਦੇ ਸੀ। ਨਾਲਾ ਹੀ ਕਹਿੰਦੇ ਸੀ। ਹਾਂਜੀ ਜੀ। ਤੇ ਉਹਦਾ ਪਾਣੀ ਬੜਾ ਸੀਗਾ ਤੇ ਉਹ ਫਿਰ ਫੌਜਾ ਸਿੰਘ ਜਿਹੜਾ ਸੀ ਨਾ, ਸਾਡਾ ਮਾਮਾ ਲੱਗਦਾ ਸੀਗਾ। ਅੱਛਾ ਜੀ। ਤੇ ਉਹਨੇ ਮੇਰੇ ਬਾਪ ਨੇ ਇਹਨਾਂ ਆਖਿਆ ਕਿ ਇਹਨਾਂ ਨੂੰ ਇੱਕ ਪਾਰ ਲਗਾ ਦੇਣਾ। ਜੀ ਜੀ ਜੀ। ਤੇ ਉਹ ਪਾਰ ਉਹਨੇ ਲਗਾ ਦਿੱਤਾ ਤੇ ਮੁੜ ਕੇ ਫਿਰ ਰਾਵੀ ਦਰਿਆ ਤੇ ਆ ਗਿਆ। ਅੱਛਾ, ਰਾਵੀ ਦਰਿਆ ਤੱਕ ਪਹੁੰਚ ਗਏ ਜੀ। ਤੇ ਉੱਥੇ ਫਿਰ ਪਹੁੰਚੇ ਤੇ ਮੀਂਹ ਬੜਾ ਵਰਨ ਡਿਆ ਸੀ। ਅੱਛਾ, ਉਹਨਾਂ ਦਿਨਾਂ ਦੇ ਵਿੱਚ ਮੀਂਹ ਜਿਹੜਾ ਸੀਗਾ ਬਹੁਤ ਪੈ ਰਿਹਾ ਸੀ। 18 ਅਗਸਤ ਨੂੰ ਬੜਾ ਮੀਂਹ ਪੈਣ ਡਿਆ ਸੀਗਾ ਤੇ ਜਿਹੜਾ ਰਾਵੀ ਦਰਿਆ ਤੋਂ ਨੀਗਾ, ਉਹ ਕੰਢਿਆਂ ਤੋਂ ਉਛਲ ਕੇ ਤੇ ਇੱਥੋਂ ਤੱਕ ਜਿੰਨੀ ਜਿਹੀ ਤੁਹਾਡੀ ਨਜ਼ਰ ਜਾਂਦੀ ਆ ਨਾ, ਉੱਥੋਂ ਤੱਕ ਪਾਣੀ ਸੀ। ਜੀ ਜੀ ਜੀ। ਤੇ ਉਹ ਫਿਰ ਰਾਤ ਸਾਨੂੰ ਇੰਨੇ ਪਾਣੀ ਦੇ ਵਿੱਚ ਹੀ ਕੱਟੀ। ਅੱਛਾ, ਇੱਕ ਰਾਤ ਤੁਸੀਂ ਪਾਣੀ ਦੇ ਵਿੱਚ ਹੀ ਕੱਟੀ ਹੈ? ਖਲੋ ਕੇ ਕੱਟੀ, ਮਤਲਬ ਗਿੱਟੇ ਤੱਕ ਪਾਣੀ ਸੀਗਾ? ਗਿੱਟੇ ਤੱਕ ਪਾਣੀ ਸੀ ਤੇ ਅਸੀਂ ਖਲੋ ਕੇ ਕੱਟੀ। ਬੱਲੇ। ਪਰਲੇ ਪਾਸੇ ਦਾ ਅਗਲਾ ਦਿਨ ਜਿਹੜਾ ਤੇ ਉਦੋਂ ਫਿਰ ਮੁੜ ਕੇ ਨਾ ਮੀਂਹ ਹਟ ਗਿਆ ਜੀ, ਤੇ ਉਹ ਪਾਣੀ ਵੀ ਜਿਹੜਾ ਘਟ ਗਿਆ ਜੀ। ਤੇ ਉਦੋਂ ਬਾਅਦ ਕੀਤਾ ਤੇ ਮੇਰੇ ਬਾਪ ਨੇ ਕਿਹਾ ਫੌਜਾ ਸਿਆ, ਉਹ ਫਿਰ ਮੁੜ ਕੇ ਇੱਧਰੋਂ ਆਉਣ ਲੱਗ ਪਈ ਨਾ ਬੇੜੀਆਂ ਜੀ, ਉਹਦੇ ਪਾਸੇ ਵੱਲੋਂ ਤੋਂ ਬੇੜੀਆਂ ਉੱਧਰ ਆਉਣ ਲੱਗ ਪਈ। ਜੀ ਜੀ ਜੀ। ਤੇ ਇਹਨਾਂ ਨੂੰ ਇੱਧਰ ਇਸ ਪਾਸੇ ਲਿਆਈ ਜੀ। ਮੈਂ ਬੇੜੀ ਤੇ ਚੜ ਕੇ ਆਇਆ, ਬੇੜੀ ਤੇ ਚੜ ਕੇ ਤੇ ਅਸੀਂ ਫਿਰ ਜਦੋਂ ਇੱਧਰ ਆਏ ਨਾ, ਅੱਛਾ ਇਧਰਲੇ ਪੰਜਾਬ ਦੇ ਵਿੱਚ, ਮੇਰਾ ਬਾਪ ਵੀ ਉੱਧਰ ਜਾ ਗਿਆ ਉੱਥੇ ਕੰਢੇ ਤੇ, ਮੇਰੀ ਮਾਂ ਵੀ ਉੱਥੇ ਤੇ ਮੇਰੀ ਭੈਣ ਛੋਟੀ ਜਿਹੀ ਸੀ ਉਹ ਵੀ ਉੱਥੇ। ਅੱਛਾ ਜੀ। ਤੇ ਮੈਂ ਤੇ ਮੇਰਾ ਭਰਾ ਜਿਹੜਾ ਸੀ ਨਾ, ਹਾਂਜੀ, ਉਹਨਾਂ ਨੂੰ ਮਤਲਬ ਨਾ ਉਹਨੇ ਫੌਜਾ ਸਿੰਘ ਨੇ ਜੀ, ਜਦੋਂ ਉਹਦੇ ਮੂੰਹ ਤੇ ਇੰਨਾ ਨਾ ਪਾਣੀ ਆਉਣ ਲੱਗਾ ਨਾ, ਅੱਛਾ ਜੀ ਜੀ, ਉਹਨੇ ਫਿਰ ਕੀਤਾ ਮੈਨੂੰ ਮਾਰਿਆ ਉੱਥੇ ਬੇੜੀ ਦੇ ਵਿੱਚ ਆਮ ਕਰਕੇ ਬੁਲਾ ਕੇ ਮਾਰਿਆ। ਤੇ ਭਰਾ ਮੇਰੇ ਨੂੰ ਦੋਵਾਂ ਹੱਥਾਂ ਨਾਲ ਫੜ ਕੇ ਤੇ ਉਹਨੂੰ ਵੀ ਉੱਥੇ ਮਾਰਿਆ। ਅੱਛਾ ਉਹਦੇ ਵਿੱਚ ਤੇ ਉਹ ਬੇੜੀ ਲੈ ਕੇ ਤੇ ਇੱਧਰ ਆ ਗਏ। ਜੀ ਜੀ। ਜਦੋਂ ਇੱਧਰ ਆਏ ਨਾ, ਉਦੋਂ ਫਿਰ ਇੱਕ ਪਾਸੇ ਕਪਾੜ ਸੀਗਾ, ਅੱਛਾ ਜੀ, ਤੇ ਇੱਕ ਪਾਸੇ ਛੱਲੀਆਂ ਲੱਗੀਆਂ। ਹਾਂਜੀ ਹਾਂਜੀ, ਛੱਲੀਆਂ ਲੱਗੀਆਂ ਹੋਈਆਂ ਜੀ ਜੀ। ਤੇ ਵਿੱਚ ਲਾਸ਼ਾਂ ਬੜੀਆਂ। ਅੱਛਾ, ਮਤਲਬ ਥਾਂ ਤੇ ਲਾਸ਼ਾਂ ਜਿਹੜੀਆਂ ਸੀ ਉਹ ਖਿਲਰੀਆਂ ਪਈਆਂ ਸੀ। ਲਾਸ਼ਾਂ ਉੱਥੇ ਉਹ ਮੁਸਲਮਾਨਾਂ ਦੀਆਂ ਸਨ ਕਿ ਪਤਾ ਨਹੀਂ, ਮੈਨੂੰ ਸਮਝ ਨਹੀਂ ਲੱਗੀ। ਪਰ ਉਹ ਉੱਥੋਂ ਨਾ ਗੱਡਿਆਂ ਤੇ ਲਾਸ਼ਾਂ ਲੱਦ ਕੇ ਨਾ ਇੱਧਰਲੇ ਬੰਦੇ, ਉਹ ਜਾ ਕੇ ਰਾਵੀ ਦੇ ਕੰਢੇ ਤੇ ਜਾ ਕੇ ਲੱਤਾਂ ਤੇ ਬਾਹਾਂ ਤੋਂ ਫੜ ਕੇ ਨਾ ਉਹਨਾਂ ਨੂੰ ਤੇ ਰਾਵੀ ਨੂੰ ਸੁੱਟੀ ਜਾਂਦੇ ਸਨ ਐਂ ਕਰਕੇ। ਤੇ ਉਹ ਜਦੋਂ ਅਸੀਂ ਉੱਥੇ ਆਏ ਤੇ ਉਹਨਾਂ ਨੇ ਲੰਗਰ ਲਾਇਆ ਸੀਗਾ ਉੱਥੇ ਅੱਗੇ ਉਰਲੇ ਪਾਸੇ ਦਾ। ਕਿਹੜਾ ਪਿੰਡ ਸੀ ਉਹ? ਉਹਦਾ ਮੈਨੂੰ ਨਾਂ ਨਹੀਂ ਅਜੇ ਯਾਦ। ਉਹ ਜਿਹੜੇ ਬਾਬੇ ਨਾਨਕ ਦੇ ਲਾਗੇ ਲੱਗਦਾ ਜੀ, ਉਰਲੇ ਪਾਸੇ, ਉੱਥੋਂ ਲੱਗਦਾ। ਜੀ ਜੀ ਜੀ। ਤੇ ਉਹ ਉੱਥੇ ਕੀਤਾ ਵੀ ਅਸੀਂ ਫਿਰ ਉਹਨਾਂ ਨੇ ਲੰਗਰ ਲਾਇਆ ਸੀ ਜੀ। ਤੇ ਮੇਰਾ ਭਰਾ ਵੱਡਾ ਸੀਗਾ, ਉਹ 5ਵੀਂ 'ਚ ਪੜ੍ਹਦਾ ਹੁੰਦਾ ਸੀ ਉੱਥੇ। ਅੱਛਾ ਜੀ। ਤੇ ਉਹਨੇ ਤਾਂ ਲੰਗਰ ਛਕ ਲਿਆ ਜੀ, ਤੇ ਮੈਂ ਰੋਈ ਜਾਵਾਂ ਜੀ ਜੀ ਜੀ। ਤੇ ਮੇਰੇ ਮਾਂ ਨਹੀਂ ਆਏ, ਬਾਪ ਵੀ ਨਹੀਂ ਆਇਆ, ਤੇ ਮੈਂ ਰੋਈ ਜਾਵਾਂ ਤੇ ਮੈਂ ਇਹਨੇ ਰੋਟੀ ਖਾਧੀ। ਅੱਛਾ ਜੀ। ਤੇ ਰਾਤ ਲੰਘ ਗਈ ਜੀ ਜੀ। ਅਗਲੇ ਦਿਨ ਨੂੰ ਫਿਰ ਮੇਰਾ ਬਾਪ ਵੀ ਤੇ ਮੇਰੀ ਮਾਂ ਵੀ ਤੇ ਮੇਰੀ ਭੈਣ ਵੀ ਨਿੱਕੀ ਜੀ, ਉਹ ਵੀ ਫਿਰ ਆ ਗਏ, ਹੋਰ ਵੀ ਲੋਕੀ ਆ ਗਏ। ਅੱਛਾ, ਮੈਨੂੰ ਇੱਕ ਗੱਲ ਹੋਰ ਦੱਸੋ ਕਿ ਜਦੋਂ ਤੁਸੀਂ ਆਪਣਾ ਪਿੰਡ ਛੱਡਿਆ, ਇਧਰ ਵਾਲੇ ਇਲਾਕੇ ਦੇ ਵਿੱਚ ਤੁਸੀਂ ਦਾਖਲ ਹੋਏ, ਰਸਤੇ ਦੇ ਵਿੱਚ ਕਿਤੇ ਕੋਈ ਜਥੇ ਤੇ ਨਹੀਂ ਪਈ? ਨਹੀਂ, ਸਾਨੂੰ ਕੋਈ ਨਹੀਂ ਪਿਆ। ਸਾਨੂੰ ਲਾਸ਼ਾਂ ਬੜੀਆਂ ਲੱਗੀਆਂ। ਲਾਸ਼ਾਂ ਜਿਹੜੀਆਂ ਉਹ ਨਾ ਇੱਕ ਜਦੋਂ ਤੁਰੇ ਆ ਨਾ, ਜਿੱਥੇ ਲੰਗਰ ਲੱਗਾ ਸੀ ਜੀ, ਅੱਗੇ ਆਏ ਤੇ ਇੱਕ ਮੂਸਲ ਨੂੰ ਕਿਸੇ ਨੇ ਅੱਗ ਲਾਤੀ ਦੀ, ਉਹਦੇ ਵਿੱਚ ਲਾਸ਼ਾਂ ਜਿਹੜੀਆਂ ਕਾਲੀਆਂ ਹੋਈਆਂ। ਓਏ ਹੋਏ ਹੋਏ। ਫਿਰ ਅਸੀਂ ਗਾਂਹ ਤੁਰੇ ਗਏ, ਫਿਰ ਅੱਗੇ ਇੱਕ ਪਿੱਪਲ ਸੀਗਾ। ਅੱਛਾ ਜੀ। ਪਿੱਪਲ ਬੜਾ ਵੱਡਾ ਸੀਗਾ ਤੇ ਉਹਦੇ ਥੱਲੇ ਐਡਾ ਉਹਦਾ ਸਿਰ ਸੀਗਾ ਮੁਸਲਮਾਨ ਦਾ, ਜਿਹੜਾ ਐਂ ਕਰਕੇ ਵੱਢਿਆ ਦਾ, ਤੇ ਉਹਦਾ ਲਹੂ ਸੀ ਨਾ ਜਿਹੜਾ ਉਹਦੇ ਪੈਰਾਂ ਤੋਂ ਗਾਂਹ ਤੱਕ ਭਰੇ। ਓਏ ਹੋਏ। ਉਹਦੇ ਲਾਗੋਂ ਨਹੀਂ ਲੱਗੇ ਜੀ ਜੀ। ਫਿਰ ਅੱਗੇ ਆਏ ਨੇ ਇੱਕ ਕਿੱਕਰ ਦੇ ਥੱਲੇ ਨਾ ਉਹ ਬਰਛਾ ਮਾਰਿਆ ਦਾ ਕਿਸੇ ਦੇ ਵਿੱਚ, ਉਹ ਚਾਦਰ ਲਈ ਸੀ ਉਹਨੇ। ਅੱਛਾ ਜੀ। ਵਿੱਚ ਬਰਛਾ ਗੱਡਿਆ ਰਿਹਾ ਤੇ ਉਹ ਉੱਥੇ ਮਰਿਆ ਵੇਖਿਆ। ਅੱਛਾ ਜੀ। ਫਿਰ ਅਸੀਂ ਅੱਗੇ ਆਏ ਤੇ ਅੱਗੇ ਇੱਕ ਪਿੰਡ ਦਾ ਪਤਾ ਨਹੀਂ ਮੈਨੂੰ ਨਾਂ ਕੀ ਆ। ਹਾਂਜੀ। ਤੇ ਉਹ ਉੱਥੇ ਮੁਸਲਮਾਨਾਂ ਦੀਆਂ ਕੁੜੀਆਂ ਜਿਹੜੀਆਂ ਸਨ, ਹਾਂਜੀ, ਉਹ ਇੱਕ ਉਸ ਕਮਰੇ ਦੇ ਵਿੱਚ ਬੰਦ ਕੀਤੀ ਗਈਆਂ।
अच्छा जी। ਤੇ ਅਸੀਂ ਉਸ ਕੋਠੇ ਉੱਤੇ ਰਾਤ ਨੂੰ ਸੁੱਤੇ ਆ। ओए होए। ਹਾਂਜੀ ਕੋਠੇ ਤੇ ਸੁੱਤੇ ਤੇ ਜਦੋਂ ਦਿਨੇ ਉੱਠ ਕੇ ਥੱਲੇ ਆਏ ਨਾ हाँ जी। ਤੇ ਉਹ ਫਿਰ ਅਸੀਂ ਵੇਖੀਆਂ ਤੇ ਉਹਨਾਂ ਨੇ ਨਾ ਫਿਰ ਉਹ ਰੋਣ ਡਈ ਸੀ ਸਭ ਕੁੜੀਆਂ ਨੌਜਵਾਨ ਮੁਸਲਮਾਨਾਂ ਦੀਆਂ। अच्छा जी। ਤੇ ਉਹ ਫਿਰ ਉੱਥੋਂ ਫਿਰ ਉਹਨਾਂ ਨੇ ਨਾ ਉਹਨਾਂ ਨੂੰ ਛੱਡ ਦਿੱਤਾ। अच्छा ਬੂਹਾ ਖੋਲ ਕੇ ਤੇ ਛੱਡ ਦਿੱਤਾ जी जी ਉਹਨੇ ਜੱਟਾਂ ਨੇ। जी ਤੇ ਅਸੀਂ ਫਿਰ ਤੁਰੇ ਤੁਰੇ ਆ ਗਏ। ਰਸਤੇ ਵਿੱਚ ਸਾਨੂੰ ਚੱਕਰ ਦੇਖਿਆ ਵੀ ਫਿਰ ਤੁਰ ਕੇ ਨਾ ਤੁਸੀਂ ਤਾਂ ਮੈਨੂੰ ਲੱਗਦਾ ਡਰ ਗਏ ਹੋਣੇ ਹੋ ਆਹੋ। ਜਦੋਂ ਲਾਸ਼ਾਂ ਵੇਖੀਆਂ, ਕੁੜੀਆਂ ਵੇਖੀਆਂ ਮੈਂ ਆਪਣੀ- ਹੈਂ? ਮੈਂ- ਬਚਪਨ ਜਿਹੜਾ ਹੈ ਤਾਂ ਛੋਟੇ ਸੀਗੇ। ਹਾਂ, ਮੈਂ ਉਦੋਂ ਤੋਂ ਲਾਸ਼ਾਂ ਦੇਖੀਆਂ। ਮੈਂ ਡਰਦਾ ਬੜਾ ਹਾਂ। ਅੱਛਾ ਜੀ। ਲਾਸ਼ ਤੋਂ ਮੈਨੂੰ ਡਰ ਬੜਾ ਲੱਗਦਾ ਸੀ। ਅੱਛਾ ਜੀ। ਹਾਂਜੀ। ਤੇ ਉਹ ਮੈਂ ਉੱਥੋਂ ਫਿਰ ਆ ਕੇ ਤੇ ਮੁੜ ਕੇ ਅਸੀਂ ਤੁਰ ਕੇ ਨਾ ਅਸੀਂ ਆਪਣੀ ਮਾਸੀ ਦੇ ਪਿੰਡ ਪਹੁੰਚੇ। ਹਾਂ, ਕਿਹੜਾ ਪਿੰਡ ਸੀਗਾ ਉਹ? ਉਹਨਾਂ ਦਾ ਠੇ ਤਿੱਖਾ। ਅੱਛਾ। ਧਾਰੀਵਾਲ ਤੋਂ ਨਾ ਹਾਂਜੀ ਉਹ ਠੇ ਤਿੱਖਾ ਪਿੰਡ ਸੀ ਉਹਨਾਂ ਦਾ। ਜੀ 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 ਤੇ ਉਹ ਉਦੋਂ ਮੇਰਾ ਮਾਸੜ ਵੀ ਇੱਥੇ ਆ ਗਿਆ ਦਾ ਸੀਗਾ। ਜੀ ਜੀ ਜੀ, ਜਿਹੜੇ ਥਾਣੇਦਾਰ ਸੀ। ਥਾਣੇਦਾਰ। ਠੀਕ ਹੈ ਜੀ, ਠੀਕ ਹੈ ਤੇ ਮਾਸੜ ਮੇਰੇ ਨੇ ਘੋੜੀ ਰੱਖੀ ਹੋਈ ਸੀ ਜੀ 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 ਤੇ ਉਦੋਂ ਘੋੜੀਆਂ ਤੇ ਆਉਂਦੇ ਜਾਂਦੇ ਹੁੰਦੇ ਸੀ। ਜੀ ਜੀ ਜੀ। ਤੇ ਉਹ ਫਿਰ ਅਸੀਂ ਪਰ ਆਪਣੇ ਮਾਸੀ ਦੇ ਪਿੰਡ ਆਏ। ਕਿੰਨਾ ਚਿਰ ਰਹੇ ਫਿਰ ਤੁਸੀਂ ਆਪਣੀ ਮਾਸੀ ਦੇ? ਮਾਸੀ ਦੇ ਪਿੰਡ ਰਹੇ ਅਸੀਂ, ਮੈਂ ਤੇ ਮੇਰਾ ਬਾਪ ਤੇ ਮੇਰੀ ਭੈਣ ਤੇ ਮੇਰਾ ਭਰਾ। ਇਹ ਫਿਰ 10-12 ਦਿਨ ਰਹੇ। 10-12 ਦਿਨ ਰਹੇ। ਹਾਂ, ਤੇ ਮੇਰੇ ਬਾਪ ਨੇ ਪੁੱਛਿਆ ਕਿ ਇੱਥੇ ਲਾਗੇ ਮੁਸਲਮਾਨਾਂ ਦਾ ਘਰ ਕੋਈ ਪਿੰਡ ਹੈਗਾ ਜੀ। ਤੇ ਉਹ ਫਿਰ ਉਹਨੇ ਦੱਸਿਆ ਕਿ ਆਹ ਲਾਗੇ ਆ ਛੋਟੇਪੁਰ ਦੇ ਨਾਲ ਹੀ ਚੱਕ ਬੜੋਏ ਪਿੰਡ। ਕਿਹੜਾ ਪਿੰਡ ਦੱਸਿਆ? ਚੱਕ ਬੜੋਏ। ਅੱਛਾ। ਚੱਕ ਬੜੋਏ। ਜੀ 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 ਤੇ ਮੇਰੇ ਬਾਪ ਨੇ ਕੀਤਾ ਭਈ ਉਹਨੇ ਉੱਥੇ ਜਾ ਕੇ ਤੇ ਉਹ ਇੱਕ ਘਰ ਮੰਨ ਲਿਆ। ਜੀ। ਉੱਥੇ ਜਿਹੜਾ ਮੰਨ ਲੈਂਦਾ ਸੀ ਨਾ ਉਹਦਾ ਹੀ ਹੋ ਜਾਂਦਾ ਸੀ। ਜੀ 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 ਤੇ ਉਹ ਫਿਰ ਉਹਨਾਂ ਨੇ ਘਰ ਮੰਨ ਲਿੱਤਾ ਤੇ ਉਹਦੇ ਵਿੱਚ ਸਿਉ ਬੇੜੀ ਸੀਗੀ। ਜੀ ਤੇ ਬੜੀ ਵੱਡੀ ਬੇੜੀ ਸੀਗੀ। ਸਿਉ ਦਾ ਵਿਹੜਾ ਵੀ ਬੜਾ ਖੁੱਲ੍ਹਾ ਸੀਗਾ। ਜੀ ਤੇ ਇਸ ਪਾਸੇ ਵੱਲ ਕੱਚੇ ਘਰ ਸਨ ਜੀ ਤੇ ਇਸ ਪਾਸੇ ਵੱਲ ਨਾ ਬੇੜੀ ਦੇ ਇਸ ਪਾਸੇ ਵੱਲ ਇੱਕ ਬੈਠਕ ਸੀ ਪੱਕੀ ਬਣੀ ਦੀ। ਉਹ ਮੇਰੇ ਬਾਪ ਨੇ ਉਹ ਮੰਨ ਲਈ, ਮਤਲਬ ਉਹ ਘਰ ਮੰਨ ਲਿਆ। ਜੀ 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 ਤੇ ਉਹ ਮਾਸੀ ਮੇਰੀ ਦੇ ਪਿੰਡ ਦੇ ਲਾਗੇ ਹੀ ਸੀਗਾ ਉਹ ਪਿੰਡ। ਜੀ ਜੀ ਚੱਕ ਬੜੋਏ। ਜੀ ਖੇ ਤਿੱਖਾ ਤੇ ਛੋਟੇਪੁਰ ਜਿਹੜਾ ਸੀਗਾ ਤੇ ਨਾਲ ਚੱਕ ਬੜੋਏ ਇਹ ਲਾਗੋ ਲੱਗੀ। ਜੀ ਜੀ ਜੀ। ਤੇ ਉਹ ਫਿਰ ਮੁੜ ਕੇ ਉੱਥੇ ਚਲ ਗਏ ਤੇ ਮੇਰਾ ਉੱਥੇ ਜੀ ਨਾ ਲੱਗੇ। ਅੱਛਾ ਜੀ। ਉਹ ਜੀ ਨਾ ਲੱਗੇ ਤੇ ਮੈਂ ਮਾਸੀ ਦੇ ਪਿੰਡ ਫੇਰ ਆ ਗਿਆ। ਅੱਛਾ ਜੀ। ਤੇ ਮੈਂ ਫਿਰ ਉਹਨੂੰ ਮੇਰੀ ਮਾਸੀ ਨੇ ਮੈਨੂੰ ਦੀਪੇਵਾਲ ਖੜ ਕੇ ਨਾ। ਜੀ। ਦੀਪੇਵਾਲ ਪਿੰਡ ਹੈਗਾ ਇਸ ਪਾਸੇ ਵੱਲ। ਜੀ ਜੀ ਇਹ ਕਿਹਦੇ ਇੱਧਰ ਦੀਪੇਵਾਲ ਪਿੰਡ ਆ ਤੇ ਨਹੀਂ, ਤੁਸੀਂ ਉੱਥੇ ਕਿੰਨੀ ਦੇਰ ਰਹੇ ਉਸ ਪਿੰਡ ਦੇ ਵਿੱਚ? ਉਸ ਪਿੰਡ ਦੇ ਵਿੱਚ ਮੈਂ ਦੱਸਦਾ ਵੀ ਮਹੀਨਾ ਕੁ ਮਸਾ ਰਿਹਾ ਹੋਣਾ। ਅੱਛਾ, ਤੇ ਬਾਅਦ ਵਿੱਚ ਕਿੱਥੇ ਆ ਗਏ? ਮੈਂ ਮਾਸੀ ਕੋਲ ਆ ਗਿਆ। ਨਹੀਂ, ਮਾਸੀ ਕੋਲੋਂ ਤੁਸੀਂ ਇਸ ਪਿੰਡ ਦੇ ਵਿੱਚ ਕਿੱਦਾਂ ਪਹੁੰਚੇ? ਪਿੰਡ ਹਾਂਜੀ ਉਹਦੀ ਮੈਂ ਦੱਸਣਾ ਤੁਹਾਨੂੰ ਹਾਂਜੀ ਭਈ ਉਦੋਂ ਫਿਰ ਹੁੰਦਾ ਸੀਗਾ ਵੀ ਭਾਵੇਂ ਕਿਸੇ ਨੂੰ ਥੋੜੀ ਪੈਲੀ ਸੀ ਭਾਵੇਂ ਬਹੁਤੀ ਪੈਲੀ ਸੀ, ਸਾਰਿਆਂ ਨੂੰ 5-5 ਕਿੱਲੇ ਦੇ ਦਿੱਤੀ ਸੀ ਸਰਕਾਰ ਨੇ। ਜੀ 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 ਕੇਂਦਰ ਦੀ ਸਰਕਾਰ ਨੇ ਜੀ। 5-5 ਕਿੱਲੇ ਦੇ ਦਿੱਤੇ ਤੇ ਉਹ ਮੇਰੇ ਨਹੀਂ, ਤੁਹਾਡੀ ਉਧਰ 60 ਕਿੱਲੇ ਸੀ 60 ਕਿੱਲੇ ਸੀ। ਤੇ ਇੱਧਰ ਆ ਕੇ ਤੁਹਾਨੂੰ ਕਿੰਨੀ ਮਿਲੀ? ਇੱਧਰ ਆ ਕੇ ਤੇ ਫਿਰ ਮੁੜ ਕੇ ਸਾਨੂੰ ਮਿਲੀ 30 ਕਿੱਲੇ। 30 ਕਿੱਲੇ ਅੱਧ ਮਿਲਿਆ ਮਤਲਬ? ਅੱਧ। ਜੀ ਜੀ ਅੱਧ ਤੋਂ ਉਹ ਅੱਧ ਵੀ ਸਾਨੂੰ ਘੱਟ ਮਿਲਿਆ ਕਿ ਜੀ ਅੱਧ ਤੋਂ ਤੇ ਉਹ ਫਿਰ ਮੁੜ ਕੇ ਨਾ ਬਾਅਦ ਚ ਫਿਰ ਉਹ ਸਾਨੂੰ ਆਖਰ ਵੀ ਤੁਸੀਂ ਹੁਣ ਖੋਜੇਪੁਰ ਚੱਲ ਜਾਓ। ਅੱਛਾ, ਖੋਜੇਪੁਰ ਆ ਗਏ। ਖੋਜੇਪੁਰ ਆ ਗਏ। ਅੱਛਾ, ਫਿਰ ਆ ਕੇ ਇੱਥੇ ਖੋਜੇਪੁਰ ਤੁਸੀਂ ਖੋਜੇਪੁਰ ਮਤਲਬ ਜਿਹੜਾ ਆ ਉਹ ਰਹਿਣਾ ਸ਼ੁਰੂ ਕੀਤਾ? ਅਸੀਂ ਖੋਜੇਪੁਰ ਆ ਗਏ ਤੇ ਇੱਥੇ ਸਾਡੀ 12 ਕਿੱਲੇ ਪੈਲੀ ਇੱਥੇ ਪਾ ਗਈ। ਹਾਂਜੀ ਹਾਂਜੀ। ਤੇ 23 ਕਿੱਲੇ ਪੈਲੀ ਹਜ਼ਾਰ ਨਗਰ ਪਿੰਡ ਵਾ। ਹਾਂ, ਹਿਆਤ ਨਗਰ। ਉੱਥੇ ਪੈ ਗਈ। ਇਹਦਾ ਮਤਲਬ ਹੈ ਟੋਟੇ ਟੋਟੇ ਹੋ ਕੇ ਮਿਲੀ। ਟੋਟੇ ਇਹ ਇਕੱਠੀ ਜਿਹੜੀ ਉਹ 30 ਕਿੱਲੇ ਵੀ ਨਹੀਂ ਮਿਲੀ। ਨਹੀਂ, ਉਹ 60 ਦੇ ਬਦਲੇ ਜਿਹੜੀ ਆ। ਨਹੀਂ, ਉਹ ਦੱਸਣਾ ਮੈਂ ਉਹ ਕੀਤਾ ਵੀ ਇੱਥੇ ਆ ਜਿਹੜੀ ਕੋਠੀ ਆ ਖਰੀਦੀ ਆ ਨਾ ਜੀ ਇਹਨੇ ਕੀਤਾ। ਇਹ ਡਾਇਰੈਕਟਰ ਸੀਗਾ। ਜੀ। ਇਹ 6 ਡਾਇਰੈਕਟਰ ਸੀ ਇੱਥੋਂ ਦੇ। ਜੀ ਜੀ ਰਣਜੀਤ ਬਾਗ ਦੇ। ਰਣਜੀਤ ਬਾਗ ਦੇ। ਹਾਂਜੀ। ਤੇ ਇੱਥੇ ਨਾ ਅਸੀਂ ਤਾਂ ਸਾਡਾ ਘਰ ਇੱਥੇ ਸੀਗਾ ਤੇ ਉਹਨਾਂ ਨੇ ਕੀਤਾ ਵੀ ਸਾਡੀ ਖੋਜੇਪੁਰ ਸਾਈ ਉਹਨੂੰ ਤੇ ਉਹਨੇ ਕੀਤਾ। ਉਹਨੇ ਆਪਣੀ ਪੈਲੀ ਜ਼ਮੀਨ ਇੱਥੇ ਸਾਡੀ ਉਹ ਜਿਹੜੀ 1000 ਨਗਰ ਪਈ ਨਾ 30 ਕਿੱਲੇ। ਹਾਂਜੀ। ਉਹਨੇ ਕਰਾਣਾ ਉਹਦੇ ਲਾਗੇ ਇੱਕ ਹਕੀਮਪੁਰ ਪਿੰਡ ਵਾ। ਹਾਂ, ਹਕੀਮਪੁਰ। ਹਕੀਮਪੁਰ ਉਸੇ ਉਹਦੀਆਂ ਉੱਥੇ ਸਾਡੀ ਉਹ ਜਿਹੜੀ ਪੈਲੀ ਨਾ ਉੱਥੇ ਪੈ ਗਈ 15 ਕਿੱਲੇ। ਜੀ। ਹਕੀਮਪੁਰ ਪੈ ਗਈ ਨਾ ਤੇ ਜਦੋਂ ਅਸੀਂ ਚੱਕ ਬੜੋਏ ਸਨ ਤੇ ਉਦੋਂ ਇੱਕ ਸਾਡਾ ਜਿਹੜੇ ਡੰਗਰਾਂ ਨੂੰ ਪੱਠੇ ਪਾਉਣਾ ਹੁੰਦਾ ਸੀ ਨਾ ਜੀ ਕਸਾਈ
जी वो आ गया साडे कोल। अच्छा जी ਚੱਕ पे जी 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 आ के ते मेरे बाप नूं उन्हें बाप मेरे ने पूछा भी सुना की हाल है। ते वो कहंदा भी हाल ते कुछ भी की दसीए पर यह भी तुहाडा इहदे वास्ते सारे घर दा की हाल है। ते वो आंदा भी तुहाडा घर जिहड़ा ना 3 वारी इन्ना इन्ना फुटिया वा ਉੱਥੇ ਪਾਕਿਸਤਾਨ ਵਾਲਾ ਘਰ। पाकिस्तान वाला। अच्छा जी 3 वारी इन्ना इन्ना फुटिया वा। ये बड़ा वीर आदमी सीगा ਇਹਦੇ ਨਾਲ ਤੇ ਉਹਨੇ ਕੋਈ ਖੜਿਆ ਨਹੀਂਗਾ। ਅੱਛਾ ਜੀ ਤੇ ਇੰਨੀ ਕਿੱਥੇ ਧੰਨ ਪਿਆ ਹੋਊਗਾ। ਅੱਛਾ ਜੀ ਉਹ ਕੀ ਕੀਤਾ ਵੀ ਉਹ ਕਹਿੰਦਾ ਵੀ ਉਹਨਾਂ ਨੂੰ 3 ਵਾਰੀ ਇੰਨਾ ਇਹਨਾਂ ਨਾਲ ਘਰ ਟੁੱਟਿਆ ਵਾ ਜੀ ਤੇ ਉਹਨਾਂ ਨੂੰ ਰੱਬਾ ਕੱਖ ਨਹੀਂ। ਅੱਛਾ ਤੇ ਉਹ ਜਿਹੜੀ ਤੁਸੀਂ ਸੁਣਾਇਆ ਵੀ ਉਹ ਗਾਗਰ ਦੱਬ ਕੇ ਗਏ। ਹਾਂਜੀ ਉਹ ਗਾਗਰ ਜਿਹੜੀ ਉਹਨਾਂ ਨੂੰ ਕੋਈ ਡੰਗਰਾਂ ਵਾਲੇ ਕੋਈ ਕਮਰੇ ਤੇ ਕਿੱਥੇ ਉਹਨਾਂ ਨੂੰ ਪਤਾ ਲੱਗਣਾ ਹੈ। ਅੱਛਾ ਜੀ ਹਾਂਜੀ ਉਹ ਮੇਰੇ ਬਾਪ ਨੇ ਆਖਿਆ ਵੀ ਉਹਨਾਂ ਨੂੰ ਨਹੀਂ ਪਤਾ ਉਹ ਨਹੀਂ ਲੱਭ ਸਕਦੇ ਵੀ ਕਿੱਥੇ ਆ। ਅੱਛਾ ਜੀ ਮੇਰਾ ਧਨ ਕਿੱਥੇ ਆ। ਜੀ 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 ਉਹ ਕਹਿੰਦਾ ਉਹ ਸਾਈ ਕਹਿੰਦਾ ਵੀ ਮੈਨੂੰ ਤੁਸੀਂ ਦੱਸੋ ਮੈਨੂੰ ਦੱਸ ਦਿਓ ਮੇਰਾ ਧਰਮ ਰਿਹਾ ਮੈਂ ਉਸ ਤੁਹਾਡੀਆਂ ਮੱਝਾਂ ਨੂੰ ਮੈਂ ਹੀ ਪੱਠੇ ਪਾਉਣਾ। ਉਹ ਮੁਸਲਮਾਨ ਤੁਹਾਡੇ ਘਰ ਜਿਹੜਾ ਅੱਛਾ ਉਹ ਉਧਰ ਦਾ ਰਹਿਣ ਵਾਲਾ ਸੀ। ਉਧਰ ਦਾ ਰਹਿਣ ਵਾਲਾ। ਅੱਛਾ ਉਹ ਬਾਅਦ ਵਿੱਚ ਮਤਲਬ ਵੰਡਾਰੇ ਤੋਂ ਬਾਅਦ ਆਇਆ। ਵੰਡਾਰੇ ਤੋਂ ਬਾਅਦ 1 ਮਹੀਨਾ ਬਾਅਦ ਆਇਆ। ਅੱਛਾ ਜੀ ਤੇ ਉਹ ਮੇਰੇ ਬਾਪ ਨੇ ਆਖਿਆ ਵੀ ਉਹ ਨਹੀਂ ਲੱਭ ਸਕਦਾ ਜਿੱਥੇ ਮੈਂ ਧਰਮ ਹੈ ਮੇਰਾ। ਜੀ 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 ਉਹ ਆਂਦਾ ਵੀ ਤੁਸੀਂ ਮੈਨੂੰ ਦੱਸ ਦਿਓ ਮੇਰਾ ਧਰਮ ਰਿਹਾ ਵੀ ਮੈਂ ਤੁਹਾਨੂੰ ਨਾ ਅੱਧਾ ਧਨ ਲਿਆ ਕੇ ਦਿਆਂਗਾ ਤੇ ਅੱਧਾ ਆਪਣੇ ਕੋਲ ਰੱਖ। ਜੀ ਮੇਰੇ ਬਾਪ ਨੇ ਉਹਨੂੰ ਦੱਸ ਦਿੱਤਾ ਜੀ ਕਿ ਐਸ ਕੌਲੇ ਦੇ ਲਾਗੇ ਮੈਂ ਨੱਪੀ ਦੀ ਆ ਮੁਕਾ ਕਰ। ਜੀ ਹਾਂਜੀ ਉਹ ਫਿਰ ਚੱਲ ਗਿਆ। ਜੀ ਉਦੋਂ ਬਾਅਦ ਉਹ ਆਇਆ ਹੀ ਨਹੀਂ। ਅੱਛਾ ਮਤਲਬ ਸਾਰਾ ਹੀ ਉਹ ਵੀ ਬੇਈਮਾਨ ਹੋ ਗਿਆ। ਕੋਈ ਪਤਾ ਨਹੀਂ ਬੇਈਮਾਨ ਹੋ ਗਿਆ ਤੇ ਜਾਂ ਉਹਨਾਂ ਨੇ ਕਿਤੇ ਮੁਸਲਮਾਨਾਂ ਨੇ ਮਾਰ ਦਿੱਤਾ ਉਹਨੂੰ। ਅੱਛਾ ਜਾਂ ਮਤਲਬ ਕਿ ਕੀ ਚੱਕਰ ਹੋਇਆ ਉਹਦਾ ਮਤਲਬ ਬਾਅਦ ਵਿੱਚ ਕੋਈ ਥੋ ਪਤਾ ਨਹੀਂ ਲੱਗਾ। ਕੋਈ ਪਤਾ ਨਹੀਂ ਲੱਗਾ। ਜੀ 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 ਉਹਨੇ ਇਹ ਗੱਲ ਦੱਸੀ ਜ਼ਰੂਰ ਕਿ ਤੁਹਾਡਾ ਘਰ ਜਿਹੜਾ ਸੀ ਨਾ 3 ਵਾਰੀ ਇੰਨਾ ਇੰਨਾ ਫੁੱਟਿਆ ਉਹਨਾਂ ਨੇ ਤੇ ਲੱਭਿਆ ਕੱਖ ਨਹੀਂ ਗਾ। ਮਤਲਬ ਉਸ ਸਮੇਂ ਦੇ ਵਿੱਚ ਜਿੱਥੇ ਕਤਲੋ ਗਾਰਤ ਹੋਈ ਧੀਆਂ ਭੈਣਾਂ ਦੀਆਂ ਅਸਮਤਾਂ ਜਿਹੜੀਆਂ ਨੇ ਉਹ ਸ਼ਰੇ ਬਾਜ਼ਾਰ ਨਿਲਾਮ ਹੋਈਆਂ ਉੱਥੇ ਜਿਹੜੇ ਅਮੀਰ ਘਰ ਸੀਗੇ ਸਰਦੇ ਪੁੱਜਦੇ ਘਰ ਸੀਗੇ ਉਹ ਉਹਨਾਂ ਦੇ ਘਰਾਂ ਦੇ ਉੱਤੇ ਵੀ ਡਾਕੇ ਮਾਰੇ ਗਏ ਜਾਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਜਿਹੜੀਆਂ ਹੋਈਆਂ। ਹਾਂਜੀ ਤੇ ਤੁਸੀਂ ਮੈਨੂੰ ਇਹ ਵੀ ਗੱਲ ਸੁਣਾਓ ਕਿ ਤੁਸੀਂ ਖੋਜੇਪੁਰ ਆ ਗਏ। ਖੋਜੇਪੁਰ ਆਏ ਨਾ। ਹਾਂਜੀ ਤੇ ਉਹ ਮੁੜ ਕੇ ਨਾ ਜਦੋਂ ਖੋਜੇਪੁਰ ਆਏ ਨਾ ਜੀ ਤੇ ਜਿਹੜੇ ਸਾਰੇ ਤਰਖਾਨ ਸਨ ਨਾ ਸਾਡੀ ਗਲੀ ਦੇ ਅੱਛਾ ਉਹ ਫਜੂਪੁਰ ਬਹਿ ਗਏ। ਜੀ ਜੀ ਤੇ ਮੇਰੇ ਬਾਪ ਨੇ ਨਾ ਉਹਨਾਂ ਦੀ ਕੁੜੀ ਦਾ ਵਿਆਹ ਸੀਗਾ। ਅੱਛਾ ਜੀ ਉਹਨਾਂ ਨੇ ਮੇਰੇ ਬਾਪ ਕੋਲੋਂ ਪੈਸੇ ਖੜੇ ਹੋਏ ਸੀਗੇ। ਜੀ ਤੇ ਉਹ ਮੁੜ ਕੇ ਨਾ ਇੱਥੇ ਖੋਜੇਪੁਰ ਜਦੋਂ ਆਏ ਨੇ ਉਹਨੇ ਪਤਾ ਨਹੀਂ ਕਿੰਨੇ ਮਹੀਨੇ ਕੰਮ ਕੀਤਾ। ਜੀ ਕਰਦਾ ਸੀਗਾ ਇੱਟਾਂ ਬਣਾਉਂਦਾ। ਜੀ 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 ਤੇ ਉਹਨੇ ਉਦੋਂ ਉਹਨੇ ਪੈਸੇ ਇਕੱਠੇ ਕੀਤੇ। ਜੀ ਪੈਸੇ ਇਕੱਠੇ ਕਰਕੇ ਤੇ ਉਹਨੇ ਮੁੜ ਕੇ ਨਾ ਮੇਰੇ ਬਾਪ ਕੋਲ ਆਇਆ ਇੱਥੇ ਖੋਜੇਪੁਰ। ਜੀ ਤੇ ਆ ਕੇ ਤੇ ਉਹ ਕਹਿੰਦਾ ਵੀ ਆ ਤੁਹਾਡੇ ਪੈਸੇ। ਜੀ ਮੇਰੇ ਬਾਪ ਨੇ ਕਿਹਾ ਵੀ ਇਹ ਕਾਹਦੇ। ਹਾਂਜੀ ਉਹ ਕਹਿੰਦਾ ਵੀ ਮੇਰੀ ਮੈਂ ਬੇਟੀ ਦੇ ਵਿਆਹ ਵਿੱਚ ਤੁਹਾਨੂੰ ਕੋਲ ਪੈਸੇ ਨਹੀਂ ਲਏ। ਜੀ ਉਹ ਕਹਿੰਦਾ ਵੀ ਕਰਮਸਿਆ ਨਾਂ ਸੀ ਉਹਦਾ। ਜੀ 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 ਕਰਮਸਿਆ ਮੇਰਾ ਸਭ ਕੁਝ ਹੀ ਸਾਡਾ ਉੱਥੇ ਰਹਿ ਗਿਆ। ਜੀ ਤੇ ਉਦੋਂ ਤੂੰ ਦੇਦਾ ਉਹ ਇਹ ਵੀ ਇੱਥੇ ਰਹਿ ਜਾਣਾ ਸੀ। ਜੀ ਤੇ ਮੈਂ ਤੇਰੇ ਕੋਲ ਕੋਈ ਪੈਸਾ ਨਹੀਂ ਲੈਣਾ ਤੂੰ ਹੁਣ ਕਮਾਈ ਕਰਕੇ ਲਿਆਂਦੀ ਆ ਤੂੰ ਆਪੇ ਰੱਖ ਕਰ। ਜੀ 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 ਮੇਰੇ ਬਾਪ ਦੇ ਕੋਲ ਇੱਕ ਪੈਸਾ ਨਹੀਂ ਲਿਆ। ਜੀ ਜੀ ਮੋੜ ਦਿੱਤੇ ਪੈਸੇ ਸਾਰੇ। ਇਹਦਾ ਮਤਲਬ ਭਲੇ ਲੋਕ ਸੀ ਉਸ ਵੇਲੇ। ਮੇਰਾ ਬਾਪ ਤੇ ਬਹੁਤ ਭਲਾ ਲੋਕ ਸੀ। ਜੀ 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 ਭਲਾ ਲੋਕ ਇੱਥੇ ਵੀ ਜਦੋਂ ਜੋ ਵੀ ਹੈ ਸਾਡੇ ਬਾਪ ਨੇ ਬਹੁਤ ਕੁਝ ਕਸ਼ਟ ਹੈ। ਨਹੀਂ ਉੱਥੋਂ ਫਿਰ ਤੁਸੀਂ ਇੱਥੇ ਖੋਜੇਪੁਰ ਕਿੰਨਾ ਚਿਰ ਰਹੇ? ਖੋਜੇਪੁਰ ਫਿਰ ਅਸੀਂ ਜਦੋਂ ਬਾਅਦ ਵਿੱਚ ਸਾਡੀ ਜਦੋਂ ਪੈਰੀ ਆ ਗਈ ਨਾ ਪਿੱਛੋਂ ਰਿਕਾਰਡ ਆ ਗਿਆ। ਹਾਂਜੀ ਰਿਕਾਰਡ ਸਾਡਾ ਆਇਆ 30 ਕਿੱਲਿਆਂ ਦਾ। ਜੀ 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 ਤੇ ਉਹਨਾਂ ਵਿੱਚੋਂ ਹਜ਼ਾਰ ਨਗਰ ਪੈ ਗਈ ਪੈ ਥੋੜੀ ਜਿਹੀ ਤੇ ਬਾਕੀ 12 ਇੱਥੇ ਤੇ ਇੱਥੋਂ ਵਾਲੀ ਜਿਹੜੀ ਸੀ ਨਾ ਉਹ ਫਿਰ ਉੱਥੇ ਪੈ ਗਈ ਕਰਨੌਲ ਦੇ ਲਾਗੇ ਹਕੀਮਪੁਰ ਪੈ ਗਈ। ਤੇ ਉਹ ਫਿਰ ਮੁੜ ਕੇ ਮੇਰੇ ਬਾਪ ਨੇ ਮੈਨੂੰ ਉੱਥੇ ਭੇਜਣਾ ਕਰੀ ਮੈਂ ਪੜ੍ਹਦਾ ਸੀ ਉਦੋਂ। ਅੱਛਾ ਜੀ ਸਕੂਲ ਕਾਲਜ ਪੜ੍ਹਦਾ ਸੀ। ਤੇ ਮੇਰੇ ਬਾਪ ਨੇ ਭੇਜਣਾ ਵੀ ਤੂੰ ਵੇਖ ਕੇ ਆ ਵੀ ਉਹਨਾਂ ਨੇ ਕਾਨਪੁਰ ਗਾਤੀ ਕਿ ਨਹੀਂ ਇਹਨਾਂ ਨੂੰ ਆਤੇ ਦਿੱਤੀ। ਜੀ ਤੇ ਉਹਨਾਂ ਨੇ ਨਾ ਕਰ ਦੇਣੀ ਕਿ ਗਾਣੇ ਥੋੜੇ ਹੋਏ ਨੇ। ਜੀ 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 ਤੇ ਉਹ ਮੁੜ ਕੇ ਬਾਅਦ ਮੈਨੂੰ ਫਿਰ ਇਹਨਾਂ ਨੇ ਭੇਜਣਾ ਇਸ ਤਰ੍ਹਾਂ ਅਗਲੇ ਸਾਲ। ਜੀ ਉਹ ਫਿਰ ਮੁੜ ਕੇ ਇੱਥੇ ਰਹੇ ਨਾ
5 ਸਾਲ ਇੱਥੇ ਹੋ ਗਏ ਸਾਨੂੰ ਆਏ ਫਿਰੋਜ਼ਪੁਰ। ਜੀ ਜੀ ਜੀ। ਤੇ ਉਹਨੂੰ ਬਾਅਦ ਫਿਰ ਕੀਤਾ ਵੀ ਅਸੀਂ ਫਿਰ ਫਿਰੋਜ਼ਪੁਰ ਤੋਂ ਨਾ ਇਹ ਸਾਨੂੰ ਅਲਾਟਮੈਂਟ ਇਹ ਸਾਰੀ ਜ਼ਮੀਨ ਜਿੱਥੇ ਹੁਣ ਰਹਿ ਰਹੇ ਹੋ ਇਹ ਅਲਾਟ ਹੋਇਆ ਇਹ ਸਾਨੂੰ ਸਾਰੀ ਜ਼ਮੀਨ ਦੇ ਵਿੱਚੋਂ ਕੱਟ ਕੇ ਅੱਛਾ ਤੇ ਇਹ 4 ਕਨਾਲਾਂ ਤੇ ਮੈਨੂੰ 4 ਕਨਾਲਾਂ ਸਾਨੂੰ ਮਿਲਿਆ ਤੇ ਉਹ ਫਿਰ ਮੁੜ ਕੇ ਇਹਦੇ ਵਿੱਚ ਮੈਂ ਇੱਥੇ ਕਰੀ ਕੋਠਾ। ਤੁਸੀਂ ਬੜਾ ਸੁੰਦਰ ਜਿਹੜਾ ਹੈ ਉਹ ਆਪਣਾ ਇੱਥੇ ਬਾਗ ਬਣਾਇਆ ਹੈ, ਬਗੀਚਾ ਬਹੁਤ ਸੁੰਦਰ ਹੈ, ਬਹੁਤ ਖੂਬਸੂਰਤ ਫੁੱਲ ਬੂਟੇ ਲਾਏ ਨੇ। ਇਹ ਜਿਹੜੇ ਨੇ ਨਾ ਇਹ ਜਿਹੜਾ ਰਣਜੀਤ ਬਾਗ ਵਾ ਹਾਂਜੀ ਇਹ ਇੱਥੇ ਬੜੇ ਬੜੇ ਵੱਡੇ ਅਫਸਰ ਸਨ ਜੀ ਜੀ ਜੀ। ਤੇ ਉਹਨਾਂ ਨੇ ਆਖਿਆ ਕਿ ਇੱਥੇ ਮਹਾਰਾਜਾ ਰਣਜੀਤ ਸਿੰਘ ਆ ਕੇ ਤੇ ਰਹਿੰਦਾ ਹੁੰਦਾ ਸੀ। ਅੱਛਾ ਜੀ। ਦੀਨਾ ਨਗਰ ਵੀ ਉਹਨੇ ਜਾ ਕੇ ਤੇ ਉਹਨੇ 12 ਦਰੀ ਵੀ ਬਣਾਈ। ਹਾਂਜੀ ਹਾਂਜੀ 12 ਦਰੀ ਦੀਨਾ ਨਗਰ ਵਾਲੀ 12 ਦਰੀ ਹਾਂਜੀ ਬਣਾਈਆਂ ਤੇ ਇੱਥੇ ਰਹਿ ਕੇ ਜਾਂਦਾ ਸੀ। ਅੱਛਾ ਇੱਥੇ ਇਹ ਬਾਗਾਂ ਵਾਸਤੇ ਸਾਨੂੰ ਜ਼ਮੀਨ ਅਲਾਟ ਹੋਈ ਸੀ। ਅੱਛਾ ਮਤਲਬ ਇਹ ਧਰਤੀ ਜਿਹੜੀ ਹੈ ਉਹ ਬਾਗਾਂ ਦੀ ਧਰਤੀ ਹੈ ਰਣਜੀਤ ਬਾਗ। ਇਹਦਾ ਮਤਲਬ ਇਹ ਤਾਂ ਨਹੀਂ ਕਿਤੇ ਕਿ ਰਣਜੀਤ ਬਾਗ ਦਾ ਨਾਂ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਤੇ ਪਿਆ ਹੋਵੇ। ਇਹ ਮਹਾਰਾਜਾ ਰਣਜੀਤ ਸਿੰਘ ਦਾ ਨਾਂ ਇਸੇ ਕਰਕੇ ਵੀ ਇੱਥੋਂ ਰਹਿ ਕੇ ਜਾਂਦਾ ਰਿਹਾ ਤੇ ਇਹਦਾ ਨਾਮ ਰਣਜੀਤ ਬਾਗ ਰੱਖਿਆ ਗਿਆ। ਅੱਛਾ ਫਿਰ ਮਤਲਬ ਇਹ ਰਣਜੀਤ ਸਿੰਘ ਨੂੰ ਵੈਸੇ ਵੀ ਕਹਿੰਦੇ ਨੇ ਅੰਬਾਂ ਦਾ ਬੜਾ ਸ਼ੌਂਕ ਸੀਗਾ ਤੇ ਗਰਮੀਆਂ ਦੇ ਦਿਨਾਂ ਦੇ ਵਿੱਚ ਦੀਨਾ ਨਗਰ ਦੀ ਧਰਤੀ ਦੇ ਉੱਤੇ ਆ ਕੇ ਉਹ ਰਹਿੰਦੇ ਹੁੰਦੇ ਸੀਗੇ ਤੇ ਇਹਦਾ ਮਤਲਬ ਇਹ ਰਣਜੀਤ ਸਿੰਘ ਦਾ ਕੋਈ ਬਾਗ ਹੋਏਗਾ ਜਾਂ ਇਹਦਾ ਮਤਲਬ ਕਿਸ ਤਰ੍ਹਾਂ ਦੇ ਨਾਲ? ਰਣਜੀਤ ਸਿੰਘ ਦਾ ਬਾਗ ਨਹੀਂ। ਅੱਛਾ ਇਹ ਬਾਗਾਂ ਵਾਸਤੇ ਸਾਨੂੰ ਜ਼ਮੀਨ ਅਲਾਟ ਹੋਈ ਸੀ। ਅੱਛਾ ਅੱਛਾ ਜੀ ਜਿੱਥੇ ਤੁਸੀਂ ਰਹਿ ਰਹੇ ਹੋ। ਜਿੱਥੇ ਰਹਿ ਰਹੇ ਅੱਛਾ ਜੀ ਅੱਛਾ। ਇਹ ਸਾਨੂੰ ਬਾਗਾਂ ਵਾਸਤੇ ਅਲਾਟ ਹੋਈ ਸੀ। ਅੱਛਾ ਮੈਨੂੰ ਬੜੀ ਖੁਸ਼ੀ ਹੋਈ ਤੁਹਾਡੇ ਇੱਥੇ ਆ ਕੇ ਕਿ ਤੁਸੀਂ ਦੇਖੋ ਅਸੀਂ ਬੜਾ ਕੁਝ ਵੰਡ ਲਿਆ ਮਤਲਬ ਪਰ ਅਸੀਂ ਕੁਝ ਚੀਜ਼ਾਂ ਨਹੀਂ ਵੰਡ ਸਕੇ। ਜਿਵੇਂ ਤੁਹਾਡਾ ਮੈਂ ਸਕੂਲ ਵੇਖਿਆ ਤੁਸੀਂ ਹੁਣ ਤੱਕ ਸਕੂਲ ਚਲਾ ਰਹੇ ਹੋ ਤੇ ਉਹਦਾ ਨਾਮ ਤੁਸੀਂ ਜਿਹੜਾ ਹੈ ਉਹ ਬਾਬਾ ਫਰੀਦ ਜੀ ਦੇ ਨਾਂ ਤੇ ਰੱਖਿਆ। ਸੋ ਕਿੰਨਾ ਵਧੀਆ ਲੱਗਦਾ ਕਿ ਅਸੀਂ ਮਤਲਬ ਜਿਹੜਾ ਹੈ ਉਹ ਆਪਣੀਆਂ ਮਹਾਨ ਸ਼ਖਸੀਅਤਾਂ ਦੇ ਨਾਮ ਨੂੰ ਸਤਿਕਾਰ ਦੇ ਰਹੇ ਹਾਂ। ਸਾਂਝਾਂ ਜਿਹੜੀਆਂ ਨੇ ਉਹ ਸਾਡੀਆਂ ਪਣਕ ਰਹੀਆਂ ਨੇ ਉਸੇ ਤਰ੍ਹਾਂ ਦੇ ਨਾਲ ਦਿਲਾਂ ਦੇ ਉੱਤੇ ਰਾਜ ਕਰ ਰਹੇ ਆ। ਉਹ ਪੁੱਤਰ ਗੱਲ ਇਦਾਂ ਨਾ ਕਿ ਹਾਂਜੀ ਮੇਰਾ ਭਣੋਈਆ ਜਿਹੜਾ ਸੀਗਾ ਹਾਂਜੀ ਉਹਨੇ ਆਪਣੇ ਸਕੂਲ ਦਾ ਨਾਮ ਨਾ ਕਬੀਰ ਰੱਖਿਆ। ਅੱਛਾ ਸੰਤ ਕਬੀਰ ਜੀ ਦੇ ਨਾਮ ਤੇ ਸੇਂਟ ਕਬੀਰ। ਅੱਛਾ ਜੀ ਸੇਂਟ ਕਬੀਰ ਉਹਨੇ ਉਹ ਉਧਰ ਲਾਇਆ ਦਿੱਲੂਵਾਣੇ ਦਾ ਲਾਗੇ। ਅੱਛਾ ਤੁਹਾਡੇ ਜਿਹੜੇ ਪੜਵਈਏ ਨੇ ਉਹਨਾਂ ਨੇ ਆਪਣੇ ਸਕੂਲ ਦਾ ਨਾਮ ਸੰਤ ਕਬੀਰ ਜੀ ਦੇ ਨਾਮ ਤੇ ਰੱਖਿਆ ਤੇ ਤੁਸੀਂ ਬਾਬਾ ਫਰੀਦ ਜੀ ਦੇ ਨਾਮ ਤੇ ਰੱਖਿਆ। ਮੈਂ ਜਦੋਂ ਰਿਟਾਇਰ ਹੋਇਆ ਨਾ ਅੱਛਾ ਜੀ ਤੇ ਮੇਰਾ ਭਣੋਈਆ ਕਹਿੰਦਾ ਵੀ ਭਾਜੀ ਤੁਸੀਂ ਮੇਰੇ ਸਕੂਲ ਚ ਆਏ। ਅੱਛਾ ਜੀ ਇੱਥੇ ਪ੍ਰਿੰਸੀਪਲ ਬਣ ਗਏ। ਜੀ ਜੀ ਜੀ। ਮੇਰਾ ਮੈਂ ਕਿਹਾ ਵੀ ਭੈਣ ਦੇ ਘਰ ਜਾ ਕੇ ਮੈਂ ਨਾ ਇਹ ਕੋ ਪੈਸਾ ਦੇਣਾ ਜੀ ਤੇ ਨਾ ਮੈਂ ਮਤਲਬ ਉੱਥੇ ਰਹਿ ਸਕਦਾ ਜੀ ਤੇ ਮੈਂ ਕਿਹੜੇ ਤਰੀਕੇ ਨਾਲ ਮੈਂ ਜਿਸ ਕਰਨ ਨਾਲ ਗੱਲ ਕੀਤੀ ਆਪਣੇ ਬੇਟੇ ਦੇ ਨਾਲ ਜਿਹੜੇ ਕਿ ਇਸ ਸਮੇਂ ਪ੍ਰਿੰਸੀਪਲ ਨੇ। ਜੀ ਜੀ ਜੀ। ਤੇ ਉਹਨੂੰ ਹੁਣ 13ਵਾਂ ਸਾਲ ਹੋ ਗਿਆ ਪ੍ਰਿੰਸੀਪਲ ਬਣੇ। ਹਾਂਜੀ ਹਾਂਜੀ 13 ਸਾਲ ਹੋ ਗਏ ਉਹਨਾਂ ਨੂੰ ਪ੍ਰਿੰਸੀਪਲ ਬਣੇ। ਉਹ ਮਤਲਬ ਉਹ ਮੈਨੂੰ ਕਹਿੰਦਾ ਵੀ ਡੈਡੀ ਜੇ ਤੁਸੀਂ ਨਹੀਂ ਨਾ ਜਾਣਾ ਚਾਹੁੰਦੇ ਤੇ ਤੁਸੀਂ ਫਿਰ ਏਦਾਂ ਕਰੋ ਵੀ ਅਸੀਂ ਵੀ ਸਕੂਲ ਕੋਈ ਖੋਲ ਲਈਏ। ਅੱਛਾ ਤੇ ਉਹਨੇ ਸੇਂਟ ਕਬੀਰ ਰੱਖਿਆ ਵਾ ਅਸੀਂ ਸੇਂਟ ਫਰੀਦ ਰੱਖਿਆ। ਅੱਛਾ ਇਸ ਕਰਕੇ ਜਿਹੜਾ ਬਾਬਾ ਫਰੀਦ ਜੀ ਦੇ ਨਾਮ ਤੇ ਜਿਹੜਾ ਤੁਸੀਂ ਸਕੂਲ ਰੱਖਿਆ ਹੈ ਸਕੂਲ ਦਾ ਨਾਮ ਰੱਖਿਆ ਹੈ। ਅੱਛਾ ਤੁਸੀਂ ਮੈਨੂੰ ਹੁਣੇ ਦੱਸ ਰਹੇ ਸੀਗੇ ਕਿ ਤੁਸੀਂ ਆਪਣੀ ਸਵੈ ਜੀਵਨੀ ਲਿਖ ਰਹੇ ਹੋ ਆਟੋਬਾਇਓਗ੍ਰਾਫੀ ਵੀ ਲਿਖ ਰਹੇ ਹੋ ਉਹਦੇ ਵਿੱਚ ਵੀ ਤੁਸੀਂ 47 ਦਾ ਜ਼ਿਕਰ ਕਰ ਰਹੇ ਹੋ। ਮੈਂ ਕੀਤਾ ਪੂਰਾ ਜ਼ਿਕਰ ਕੀਤਾ ਹੈ ਤੇ ਜਲਦੀ ਉਹ ਛਪਣੀ ਚਾਹੀਦੀ ਹੈ ਕਿਉਂਕਿ ਦਰਸ਼ਕ ਜਿਹੜੇ ਨੇ ਉਹਨਾਂ ਨੂੰ ਉਡੀਕ ਰਹੇਗੀ ਤੁਹਾਡੀਆਂ ਗੱਲਾਂ ਸੁਣ ਕੇ ਕਿ ਉਹ ਤੁਹਾਡੀ ਜਿਹੜੀ ਆਟੋਬਾਇਓਗ੍ਰਾਫੀ ਪੜ੍ਹਨ। ਸੋ ਮੈਂ ਜਿਹੜਾ ਹੈ ਮੈਨੂੰ ਇੱਕ ਗੱਲ ਦੱਸੋ ਕਿ ਉਹ ਬਚਪਨ ਚਲਾ ਗਿਆ ਉਹ ਸਾਡਾ ਜਿਹੜਾ ਸਾਰਾ ਕੁਝ ਸਾਂਝਾ ਚਲੀਆਂ ਗਈਆਂ ਤੁਹਾਡਾ ਵਤਨ ਜਿਹੜਾ ਸੀਗਾ ਉਹ ਛੁੱਟ ਗਿਆ ਉਹ ਜੰਮਣ ਭੋਂ ਜਿਹੜੀ ਆ ਛੁੱਟ ਗਈ ਤੇ ਹੁਣ ਕਦੀ ਜਾਣ ਨੂੰ ਜੀ ਕਰਦਾ? ਮੇਰਾ ਦਿਲ ਕਰਦਾ ਰਹਿੰਦਾ ਸੱਚੀ ਜਿਹੜੀ ਗੱਲ ਮੈਂ ਬੁੜੇ ਵੇਲੇ ਜਾਣਾ ਚਾਹੁੰਦਾ। ਅੱਛਾ ਜੀ। ਪਰ ਇਹ ਆ ਵੀ ਇੱਥੇ ਸਰਕਾਰਾਂ ਦੀਆਂ ਬੰਦਸ਼ਾਂ ਸਰਕਾਰਾਂ ਦੀ ਬੰਦਸ਼ਾਂ। ਅੱਛਾ ਜੀ। ਨਹੀਂ ਮੇਰਾ ਇੰਤਜ਼ਾਮ ਹੋਇਆ ਮਤਲਬ ਮੇਰਾ ਦਿਲ ਕਰਦਾ ਵੀ ਮੈਂ ਆਪਣਾ ਘਰ ਵੀ ਵੇਖ ਆਵਾਂ ਤੇ ਪਿੰਡ ਵੇਖ ਆਵਾਂ ਤੇ ਮੈਨੂੰ ਜਿੱਥੇ ਸਾਡਾ ਤੂਤਾਂ ਵਾਲਾ ਖੂਹ ਸੀ ਉਹ ਵੀ ਵੇਖਾਂ। ਤੂਤਾਂ ਵਾਲਾ ਖੂਹ ਵੀ ਜਿਹੜਾ ਭੁੱਲਦਾ ਨਹੀਂ ਹੈ। ਇੱਥੇ ਸਾਡੀ ਅਸੀਂ ਪੜ੍ਹਨ ਜਾਂਦੇ ਰਹੇ ਹਾਂ। ਅੱਛਾ ਜੀ। ਉਹ ਮਦਰਸੇ ਉਹ ਅੱਛਾ ਉਹ ਵੀ ਪਵਿੱਤਰ ਧਰਤੀ ਜਿੱਥੋਂ ਤੁਸੀਂ ਵਿਦਿਆ ਗ੍ਰਹਿਣ ਕੀਤੀ ਹੈ ਉਹ ਪਵਿੱਤਰ ਧਰਤੀ ਨੂੰ ਮੁੜ ਕੇ ਜਿਹੜੀ ਹੈ ਚੁੰਮ ਕੇ ਮੱਥੇ ਨੂੰ ਲਾਉਣ ਦੇ ਨਾਲ ਮਤਲਬ ਦਿਲ ਕਰਦਾ ਹੈ। ਮੈਨੂੰ ਜਿੱਥੇ ਸੱਟ ਮੈਨੂੰ ਲੱਗੀ ਉਹ ਮੈਂ ਕੋਈ ਵੇਖਾਂ। ਅੱਛਾ ਜਿਸ ਮਤਲਬ ਲੱਤ ਤੇ ਜਿਹੜਾ ਨਿਸ਼ਾਨ ਹੈ ਤੁਹਾਡੇ ਸੱਟ ਦਾ ਹਾਂ ਬਾਰ-ਬਾਰ ਤੁਸੀਂ ਦੱਸ ਰਹੇ ਹੋ ਤੇ ਉਹਦਾ ਵੀ ਮਤਲਬ ਜਿੱਥੇ ਸੱਟ ਲੱਗੀ ਹੈ ਉਹ ਵੀ ਖੂਹ ਵੀ ਵੇਖਣਾ ਚਾਹੁੰਦੇ ਹੋ।
ਤੇ ਉੱਥੋਂ ਦੇ ਜਿਹੜੇ ਕੋਈ ਹੈ ਨੇ ਯਾਦ ਕੋਈ ਮਤਲਬ ਜਿਨ੍ਹਾਂ ਦਾ ਨਾਮ ਅਸੀਂ ਦੱਸੀਏ, ਕਿਉਂਕਿ ਬਹੁਤ ਸਾਰੇ ਦਰਸ਼ਕ ਜਿਹੜੇ ਨੇ ਉਹ ਦੇਖ ਰਹੇ ਨੇ, ਕੋਈ ਨਾਮ ਜਿਹੜੇ ਨੇ ਉਹ ਯਾਦ ਹੋਣ। ਮੈਨੂੰ ਪਤਾ ਵੀ ਹਸ਼ਮਤ ਨਾਈ ਜਿਹੜਾ ਸੀ, ਅੱਛਾ, ਉਹਨੇ ਮੇਰਾ ਆ ਜ਼ਖਮ ਠੀਕ। ਅੱਛਾ, ਕਿਸੇ ਹੋਰ ਦਾ ਤੁਹਾਡੇ ਮਿੱਤਰ ਦਾ ਨਾਮ, ਕੋਈ ਕਿਸੇ ਨੰਬਰਦਾਰ ਦਾ ਨਾਮ ਜਾਂ ਕਿਸੇ ਹੋਰ ਦਾ ਨਾਮ ਯਾਦ ਆ ਤੁਹਾਨੂੰ? ਉਹ ਮਤਲਬ ਮੈਨੂੰ ਦੇਖੋ ਗੱਲ ਇਹਦਾ ਵੀ ਸਾਡਾ ਮਹੱਲਾ ਹੀ ਸੀਗਾ। ਅੱਛਾ, ਤੇ ਉਸ ਮਹੱਲੇ ਵਾਲਿਆਂ ਦੇ ਨਾਂ ਯਾਦ ਨੇ, ਉਹ ਸਾਰੇ ਮਰ ਮੁਰ ਗਏ ਨੇ। ਅੱਛਾ, ਹਾਂਜੀ, ਇੱਧਰ ਆ ਕੇ ਮਰ ਗਏ ਨੇ। ਅੱਛਾ, ਤੇ ਜੇ ਤੁਹਾਨੂੰ ਤੁਹਾਡੇ ਪਿੰਡ ਵਾਲੇ ਕਿਤੇ ਬੁਲਾਉਣਾ ਚਾਹਣ ਤੇ ਤੁਸੀਂ ਜਾਓਗੇ ਨਾ? ਹਾਂ, ਬੂੜੇ ਦੇ ਦਿਲ ਤੇ ਕਰਦਾ, ਉੱਥੇ ਹੁਣ ਮੁਸਲਮਾਨ ਹੀ ਹੋਣੇ ਨੇ ਸਾਰੇ। ਫਿਰ ਕੀ ਹੋਇਆ? ਹਾਂਜੀ, ਨਹੀਂ ਉਹ ਹੈ ਚੰਗੇ ਨੇ, ਮੈਨੂੰ ਬਹੁਤ ਚੰਗੇ ਨੇ, ਇਨਸਾਨਾਂ ਦੀਆਂ ਸਾਂਝਾਂ ਨੇ, ਬਹੁਤ ਚੰਗੇ ਨੇ ਸਾਰੇ। ਇੱਥੇ ਕਸ਼ਮੀਰ ਤੋਂ ਅਹਿਮਦ ਆਉਂਦਾ ਹੁੰਦਾ। ਹਾਂਜੀ ਹਾਂਜੀ, ਅਹਿਮਦ ਉਹਦਾ ਨਾਮ ਹੈ। ਅੱਛਾ ਜੀ। ਉਹ ਕੱਪੜਾ ਮੇਰੀ ਵਾਈਫ ਨੂੰ ਜ਼ਰੂਰ ਦੇ ਕੇ ਜਾਂਦਾ। ਅੱਛਾ ਜੀ। 5-7 ਦਿਨ ਹੀ ਹੋਏ ਨੇ ਤੇ ਅਹਿਮਦ ਫੇਰ ਆਇਆ। ਅੱਛਾ ਜੀ। ਅਹਿਮਦ ਆਇਆ ਤੇ ਉਹ ਮੇਰੀ ਵਾਈਫ ਨੂੰ ਨਾ ਉਹ ਕੱਪੜੇ ਦਿੱਤੇ ਉਹਨੇ ਤੇ ਪੈਸੇ ਦਿੱਤੇ ਵੀ ਇਹ ਹਮੇਸ਼ਾ ਜੀ ਜੀ ਜੀ। ਤੇ ਉਹਦਾ ਨਾਮ ਅਹਿਮਦ ਆ। ਮੈਨੂੰ ਮੁਸਲਮਾਨ ਚੰਗੇ ਲੱਗਦੇ ਨੇ, ਹੈ ਹੀ ਚੰਗੇ ਨੇ। ਅਸੀਂ ਵੰਡਿਆਈ ਕੁਝ ਨਹੀਂ ਹੈਗਾ, ਅਸੀਂ ਇਨਸਾਨ ਆ। ਇਨਸਾਨੀਅਤ ਦਾ ਹੋਕਾ ਦੇਣਾ ਸਾਡਾ ਜਿਹੜਾ ਹੈ ਉਹ ਫਰਜ਼ ਹੈ। ਤੇ ਸਭ ਤੋਂ ਵੱਡਾ ਧਰਮ ਤੇ ਮੈਨੂੰ ਲੱਗਦਾ ਮਜ਼ਹਬ ਜਿਹੜਾ ਹੈ ਉਹ ਇਨਸਾਨ ਹੈ। ਇਨਸਾਨੀਅਤ ਜਿਹੜਾ ਹੈ ਸਾਡਾ ਮਜ਼ਹਬ ਹੈ। ਹੁਣ ਵੇਖੋ ਹਸ਼ਮਤ ਨਾਈ ਜਿਹੜਾ ਵਾ ਜੀ, ਜਿਹਨੇ ਮੇਰੀ ਲੱਤ ਠੀਕ ਕੀਤੀ, ਹਾਂ, ਮੈਨੂੰ ਉਹਦਾ ਨਾਂ ਨਹੀਂ ਭੁੱਲਿਆ। ਹਾਂ, ਨੇਕੀ ਜਿਹੜੀ ਆ ਉਹ ਬੰਦਾ ਜਿਹੜਾ ਆ ਉਹ ਨਹੀਂ ਭੁੱਲ ਸਕਦਾ। ਅੱਛਾ, ਤੁਸੀਂ ਆਪਣੇ ਪਿੰਡ ਵਾਲਿਆਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦਾ ਹੋਵੇ? ਮੈਂ ਕਹਿੰਦਾ ਮੈਂ ਵੇਖਣਾ ਚਾਹੁੰਦੇ ਕਿ ਉਹੋ ਹੀ ਆ ਕਿ ਜਾਂ ਉਹੋ ਹੀ ਪਿੱਪਲ ਨੇ ਕਿ ਉਹ ਗੋੜ ਨੇ ਕਿ ਜੇ ਕੀ ਨੇ। ਤੇ ਲੋਹਾਰਾਂ ਵਾਲਾ ਬਾਲ ਵੀ ਲੱਗ ਗਈ ਸੀ ਸਾਡੇ ਜੀ, ਜਦੋਂ ਬਾਹਰੇ ਮੰਗਣ ਨੂੰ ਜਾਈਦਾ ਨਾ ਜੀ, ਤੇ ਖੱਬੇ ਹੱਥ ਲੋਹਾਰਾਂ ਵਾਲਾ ਬਾਗ ਸੀ ਜੀ ਜੀ। ਉੱਥੇ ਮੇਰੇ ਬਾਪ ਦਾ ਹਿੱਸਾ ਸੀ ਖੂਹ ਦੇ ਵਿੱਚ। ਅੱਛਾ ਜੀ। ਹਾਂਜੀ, ਉਹ ਵੀ ਦੇਖਣਾ ਚਾਹੁੰਦੇ? ਉਹ ਵੀ ਦੇਖਣਾ ਚਾਹੁੰਦੇ। ਇਸੇ ਪਾਸੇ ਵਾਲਾ ਜਦੋਂ ਮੜੀਆਂ ਨੇ ਨਾ, ਹਾਂਜੀ, ਮੜੀਆਂ ਦੇ ਲਾਗੇ ਗੁਰਦੁਆਰਾ ਸੀ। ਅੱਛਾ ਜੀ। ਮਤਲਬ ਜਿੱਥੇ ਬਾਹਰੇ ਮੰਗਣ ਨੂੰ ਜਾਈ ਨਾ, ਹਾਂਜੀ, ਤੇ ਉੱਥੇ ਉਧਰੋਂ ਜਾਓ ਤੇ ਪੈਰੇ ਦੇ ਨਾਲ ਸੱਜੇ ਹੱਥ ਜੀ ਜੀ ਗੁਰਦੁਆਰਾ ਜੀ। ਉਹ ਬਾਗ ਤੋਂ ਅੱਗੇ ਜਾ ਜੀ ਜੀ ਜੀ। ਜਿਹੜੇ ਉਦੋਂ ਅੱਗੇ ਜਾ ਕੇ ਤੇ ਮੜੀਆਂ ਨੇ। ਜੀ ਜੀ, ਸ਼ਮਸ਼ਾਨ ਘਾਟ। ਸ਼ਮਸ਼ਾਨ ਘਾਟ, ਜੀ ਜੀ ਜੀ। ਤੇ ਸ਼ਮਸ਼ਾਨ ਘਾਟ ਲਾਗੇ ਵੀ ਸਾਡੀ ਜ਼ਮੀਨ ਸੀਗੀ। ਜੀ ਜੀ ਜੀ। ਤੇ ਉੱਥੇ ਮੇਰੇ ਬਾਪ ਨੇ ਨਵਾਂ ਖੂਹ ਵੀ ਲਵਾਇਆ ਸੀ। ਅੱਛਾ ਜੀ, ਟਿੰਡਾ ਵਾਲਾ ਖੂਹ ਵੀ ਲਵਾਇਆ ਸੀ? ਟਿੰਡਾ ਵਾਲਾ ਖੂਹ ਵੀ ਲਵਾਇਆ ਸੀ। ਅੱਛਾ ਜੀ। ਉਹ ਮੇਰੇ ਬਾਪ ਨੇ ਤੇ ਨਾਲ ਮੇਰੇ ਤਾਏ ਨੇ ਜੀ, ਇਹਨਾਂ ਨੇ ਰਲ ਕੇ ਲਾਇਆ ਸੀ। ਇਹਦਾ ਮਤਲਬ ਉਹ ਸਾਰਾ ਕੁਝ ਜਿਹੜਾ ਵੇਖਣ ਦੀ ਚਾਹ ਹੈ, ਇੱਛਾ ਹੈ, ਉਹ ਮਤਲਬ ਟਿੰਡਾ ਵਾਲੇ ਖੂਹ ਤੇ ਮੈਨੂੰ ਲੱਗਦਾ ਹੁਣ ਨਹੀਂ ਰਹੇ ਹੋਣੇ, ਕਿਉਂਕਿ ਉਹ ਜ਼ਮਾਨਾ ਜਿਹੜਾ ਨਿਕਲ ਗਿਆ। ਲੇਕਿਨ ਉਹ ਜਗ੍ਹਾ ਉਹ ਮੈਨੂੰ ਖੂਹ ਤੇ ਨਾ ਕਿਸੇ ਨੇ ਪੂਰਿਆ ਹੋਇਆ ਤੇ ਫਿਰ ਖੂਹ ਦੇ ਉੱਤੇ ਮੇਰੇ ਬਾਪ ਨੇ ਨਵਾਂ ਲਾਇਆ ਖੂਹ। ਜੀ 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 ਜੀ। ਹਾਂਜੀ, ਤੇ ਉਦੋਂ ਮੈਨੂੰ ਪਤਾ ਵੀ ਉਹ ਜਦੋਂ ਝਾਂਗ ਸੁੱਟਦੇ ਹੁੰਦੇ ਸੀ ਨਾ ਤੇ ਉਹ ਫਿਰ ਨਾਲ ਗਾਉਣ ਗਾਉਂਦੇ ਹੁੰਦੇ ਸਨ। ਅੱਛਾ ਜੀ। ਉਹਨਾਂ ਨੇ ਖੂਹ ਜਦੋਂ ਬਣਾਇਆ ਨਾ, ਨਾਲ ਗਾਉਣ ਗਾਉਣਾ। ਜੀ ਜੀ, ਗਾਉਂਦੇ ਹੁੰਦੇ ਸਨ। ਅੱਛਾ, ਖੂਹ ਕੱਢਦੇ ਸਮੇਂ ਗਾਉਂਦੇ ਹੁੰਦੇ ਸੀਗੇ। ਅੱਛਾ, ਮਤਲਬ ਇੱਕ ਸ਼ਗਨਾਂ ਦਾ ਕੰਮ ਸਮਝਿਆ ਜਾਂਦਾ ਸੀ, ਮਤਲਬ ਖੁਸ਼ੀ ਦਾ ਮੌਕਾ, ਮਤਲਬ ਉਹ ਗਾਉਣ ਗਾਣੇ ਜਿਹੜਾ ਵਿੱਚ ਕਰਦਾ ਸੀ ਨਾ, ਮਤਲਬ ਉਹ ਵਿੱਚੋਂ ਮਿੱਟੀ ਪੁੱਟ ਕੇ ਤੇ ਉਹ ਟੋਕਰੇ 'ਚ ਭਰਦਾ ਸੀਗਾ। ਉਹ ਥਾਂ ਖਿੱਚੀ ਜਾਂਦੇ ਹੁੰਦੇ ਸਨ। ਅੱਛਾ, ਤੇ ਉਹ ਫਿਰ ਉਹ ਗਾਉਂਦੇ ਹੁੰਦੇ ਸਨ। ਅੱਛਾ ਜੀ। ਅੱਛਾ, ਤੇ ਮੈਨੂੰ ਉਹ ਦੇਖਣਾ ਚਾਹੁੰਦਾ ਵੀ ਸਾਡਾ ਖੂਹ ਜਿਹੜਾ ਵਾ ਉੱਥੇ ਉਹ ਹੁਣ ਹੈ ਕਿ ਜਾਂ ਖਤਮ ਹੋ ਗਿਆ। ਸੋ ਦਰਸ਼ਕੋ, ਤੁਹਾਡੀ ਅਸੀਂ ਮੁਲਾਕਾਤ ਅੱਜ ਇੱਕ ਪੜ੍ਹੇ ਲਿਖੇ ਇਨਸਾਨ ਦੇ ਨਾਲ, ਜਿਹੜੇ ਕਿ ਇਧਰ ਚੜ੍ਹਦੇ ਪੰਜਾਬ ਵਾਲੇ ਪਾਸੇ ਬਤੌਰ ਲੈਕਚਰਰ ਰਿਟਾਇਰ ਹੋਏ ਨੇ। ਆਪਣੀ ਜ਼ਿੰਦਗੀ ਦੇ ਜਿਹੜੇ ਨੇ ਉਹ ਇਸ ਪੜਾਅ ਦੇ ਉੱਤੇ ਪਹੁੰਚ ਚੁੱਕੇ ਨੇ, ਲੇਕਿਨ ਆਪਣੀਆਂ ਉਹਨਾਂ ਥਾਵਾਂ ਨੂੰ, ਉਹਨਾਂ ਬਚਪਨ ਨੂੰ, ਉਹਨਾਂ ਚੀਜ਼ਾਂ ਨੂੰ ਜਿਹੜਾ ਨਾ ਉਹ ਯਾਦ ਕਰਕੇ ਤੜਫ ਰਹੇ ਨੇ। ਸੋ ਦੁਆ ਕਰਦੇ ਹਾਂ ਕਿ ਇਹਨਾਂ ਦੀ ਉੱਥੇ ਪਹੁੰਚਣ ਦੀ ਇੱਛਾ ਜਿਹੜੀ ਹੈ ਉਹ ਜ਼ਰੂਰ ਪੂਰੀ ਹੋਵੇ। ਇਹ ਆਪਣੀ ਧਰਤੀ ਨੂੰ ਜਿਹੜਾ ਹੈ ਚੁੰਮ ਸਕਣ, ਉਸ ਮਦਰਸੇ ਨੂੰ ਚੁੰਮ ਸਕਣ ਜਿੱਥੇ ਜਿਹੜੇ ਨੇ ਉਹ ਇਹ ਪੜ੍ਹੇ ਨੇ। ਉਹ ਖੂਹਾਂ ਦੀਆਂ ਗੱਲਾਂ ਵਾਰ-ਵਾਰ ਜਿਹੜੇ ਨੇ ਕਰਦੇ ਨੇ, ਉਹ ਖੂਹਾਂ ਦੀਆਂ ਥਾਵਾਂ ਵੇਖ ਸਕਣ। ਸੋ ਕਦੋਂ ਵਕਤ ਆਵੇ, ਇੰਤਜ਼ਾਰ ਕਰਦੇ ਹਾਂ। ਸੋ ਤੁਹਾਡਾ ਬਹੁਤ 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 ਧੰਨਵਾਦ ਜੀ।